ਹੁਣ ਇੱਥੇ ਨਾ ਆ ਤੁਹਾਡੀ ਆਈਡੀ ਮੈਂ ਦੱਸਿਆ ਵੀ ਬਣ ਜਾਂਦੀ ਹੈ, ਹੁਣੇ ਅੱਜ ਬਣਾ ਦਿੰਦੇ ਹਾਂ ਬਾਅਦ ਚ ਆਪਾਂ। ਟਿਊਟੋਰੀਅਲਸ ਤੇ ਜਾ ਕੇ ਇੱਥੇ ਆਪਾਂ ਨੂੰ ਟਿਊਟੋਰੀਅਲ ਦਿਖਦੇ ਨੇ, ਜਿਹੜਾ ਤੁਹਾਡਾ ਸਿਲੇਬਸ ਹੈ ਲਗਭਗ ਉਸ ਸਾਰੇ ਸਿਲੇਬਸ ਦੇ ਇੱਥੇ ਨੋਟਸ ਬਣਾਏ ਹੋਏ ਨੇ। ਪਹਿਲਾ ਪਾਰਟ ਤੁਹਾਡਾ ਕੰਪਿਊਟਰ ਫੰਡਾਮੈਂਟਲਸ ਹੈ, ਇਹ ਆਪਾਂ ਨੇ ਲਗਭਗ ਕੰਪਲੀਟ ਕਰ ਲਿਆ। ਸਾਰੇ ਟੌਪਿਕਸ ਆਪਾਂ ਨੇ ਸਟੱਡੀ ਕਰ ਲਏ ਹਨ। ਇਹਦੇ ਵਿੱਚੋਂ ਕੁਝ ਟੌਪਿਕਸ ਇੱਦਾਂ ਦੇ ਹੋ ਸਕਦਾ ਹੁਣ ਜਿਹੜੇ ਆਪਾਂ ਨੇ ਸਟੱਡੀ ਡੀਪਲੀ ਨਹੀਂ ਕੀਤੀ, ਤਾਂ ਇਹਦੇ ਵਿੱਚ ਹੈ ਥਿਓਰੇਟੀਕਲ ਟੌਪਿਕ ਹੈ, ਯੂ ਕੈਨ ਰੀਡ ਇਟ ਆਪਣੇ ਆਪ। ਜਿਹੜਾ ਅਲਟਰ ਪ੍ਰਿੰਟ ਸਕਰੀਨ ਹੈ ਉਹ ਕੀ ਕਰਦਾ ਆ, ਮੈਂ ਇੱਕ ਵਾਰੀ ਫਿਰ ਦਿਖਾਉਣਾ। ਜਿਸ ਤਰ੍ਹਾਂ ਮੰਨ ਲਓ ਮੈਂ ਆ ਫਾਈਲ ਐਕਸਪਲੋਰਰ ਦੀ ਵਿੰਡੋ ਉੱਪਰ ਲਿਆਂਦੀ, ਇਹਨੂੰ ਮੈਂ ਇੱਦਾਂ ਰੀਸਟੋਰ ਕਰਕੇ ਇੱਦਾਂ ਰੱਖ ਲਿਆ। ਜਿਹੜੀ ਇਹ ਕਰੰਟ ਵਿੰਡੋ ਹੈ ਇਹਦੀ ਪੂਰੀ ਇਮੇਜ, ਪੂਰੀ ਸਕਰੀਨ ਇਹ ਆਪਾਂ ਨੇ ਪੇਂਟ 'ਚ ਲੈ ਕੇ ਆਉਣੀ ਹੈ। ਇਹਦੀ ਇਮੇਜ ਸਕਰੀਨਸ਼ਾਟ ਲੈਣਾ ਹੋਵੇ, ਜਿਵੇਂ ਫੋਨ 'ਤੇ ਵੀ ਆਪਾਂ ਲੈ ਲੈਂਦੇ ਹਾਂ, ਤਾਂ ਅਲਟਰ ਪ੍ਰਿੰਟ ਸਕਰੀਨ ਦੱਬਣ ਨਾਲ ਇਹ ਸਕਰੀਨਸ਼ਾਟ ਕੰਪਿਊਟਰ ਨੇ ਇਹਦੀ ਸਕਰੀਨ ਦਾ ਜਿਹੜਾ ਪੂਰੀ ਇਮੇਜ ਹੈ ਇਹ ਇੱਕ ਕਲਿਪਬੋਰਡ 'ਚ ਪੇਸਟ ਹੋ ਗਈ। ਹੁਣ ਮੈਂ ਸਪੋਜ਼ ਕਰੋ ਪੇਂਟ 'ਚ ਲੈ ਕੇ ਆਉਣੀ ਹੈ, ਇੱਥੇ ਲੈ ਕੇ ਆਉਣੀ ਹੈ, ਜਾਂ ਇਹਦੇ ਵਿੱਚ ਮੈਂ ਇਹਨੂੰ ਵੱਡਾ ਕਰ ਲੈਂਦਾ ਹਾਂ, ਇਹਦਾ ਸਾਈਡ ਤੋਂ ਵੱਡਾ ਕਰ ਲਿਆ, ਅਤੇ ਐਨੀਵੇਅਰ ਕਿਤੇ ਵੀ ਮੰਨ ਲਓ ਇੱਥੇ ਮੈਂ ਪੇਸਟ ਕਰਨਾ ਚਾਹੁੰਦਾ ਉਹਨੂੰ, ਤਾਂ ਮੈਂ ਪੇਸਟ ਕਮਾਂਡ ਦੱਬਾਂ, ਪੇਸਟ ਦੱਬਾਂ ਤਾਂ ਉਹ ਇਮੇਜ ਆ ਗਈ ਇੱਥੇ। ਹਾਲੇ ਇਹ ਸਿਲੈਕਟਡ ਹੈ ਪੂਰੀ ਇਮੇਜ ਜਿਹੜੀ ਆਈ ਹੋਈ ਹੈ ਉੱਪਰ ਆ ਗਈ ਨਾ, ਇਹਨੂੰ ਮੈਂ ਇੱਥੋਂ ਮੂਵ ਕਰਕੇ ਜਿੱਥੇ ਚਾਹਾਂ ਰੱਖ ਸਕਦਾ। ਐਟ ਪ੍ਰੈਜ਼ੈਂਟ ਇਕੱਲੀ ਇਮੇਜ ਜਿਹੜੀ ਹੁਣ ਲੈ ਕੇ ਆਉਂਦੀ ਹੈ ਉਹ ਸਿਲੈਕਟਡ ਹੈ। ਮੰਨ ਲਓ ਮੈਂ ਇੱਥੇ ਰੱਖਤੀ, ਯੈਸ ਸਰ ਅਗਰ ਆਪਾਂ ਛੋਟਾ ਕਾਲਮ ਲੈਣਾ ਹੋਵੇ ਜੋ ਇੰਨੀ ਸਪੇਸ ਲੈਣੀ ਹੋਵੇ ਉਹਨੂੰ ਸਿਲੈਕਟ ਉਹਨੂੰ ਕਿੱਦਾਂ ਕਰਾਂਗੇ? ਜਾਨੀ ਇਕੱਲੀ ਆਪਾਂ ਨੇ ਇੱਕ ਪਾਰਟ ਲੈਣਾ ਹੈ ਨਾ ਇਹਦਾ। ਫਿਰ ਕੀ ਕਰੋ, ਪਹਿਲਾਂ ਤੁਸੀਂ ਐਂ ਕਰੋ, ਇਹਨੂੰ ਮੈਂ ਡਿਲੀਟ ਕਰ ਦਿੰਦਾ। ਹਾਲੇ ਸਿਲੈਕਟਡ ਹੀ ਹੈ, ਇੱਥੋਂ ਮੈਂ ਡਿਲੀਟ ਕਰਦਾ, ਕਿਉਂਕਿ ਇਹਦੇ ਉੱਤੇ ਲੈ ਕੇ ਆਉਂਦਾ ਨਾ ਜਦੋਂ, ਤਾਂ ਨੋਟਪੈਡ ਵਾਲੀ ਵਿੰਡੋ ਦੇ ਉੱਤੇ ਰੱਖੂਗਾ ਤਾਂ ਨੋਟਪੈਡ ਵਾਲੀ ਵਿੰਡੋ ਉੱਤੇ ਖਰਾਬ ਹੋ ਜਾਣੀ ਹੈ। ਮੈਂ ਐਵੇਂ ਕਰਦਾ, ਇੱਕ ਨਵੀਂ ਪੇਂਟ ਖੋਲ ਦਿੰਦਾ, MS ਪੇਂਟ ਦੁਆਰਾ ਖੋਲ ਲੈਂਦਾ ਹੈ, ਪੇਂਟ ਦੁਆਰਾ ਖੋਲ ਲਿਆ। ਇਹਦੇ ਵਿੱਚ ਨਵੀਂ ਪੇਂਟ ਦੇ ਵਿੱਚ ਜਾ ਕੇ ਪਹਿਲਾਂ ਮੈਂ ਇਹਨੂੰ ਵੱਡਾ ਕਰ ਲਿਆ, ਇੱਥੇ Ctrl+V ਨਾਲ ਪੇਸਟ ਕਰਦਾ, ਵਿੰਡੋ ਆ ਗਈ। ਹੁਣ ਤੁਸੀਂ ਕਹਿੰਦੇ ਹੋ ਕਿ ਮੈਨੂੰ ਸਾਰੀ ਨਹੀਂ ਚਾਹੀਦੀ ਹੈ, ਕਿ ਮੈਨੂੰ ਇਹਦਾ ਕੋਈ ਪਾਰਟ ਚਾਹੀਦਾ ਹੈ, ਤਾਂ ਸਿਲੈਕਟ ਟੂਲ ਯੂਜ਼ ਕਰੋ। ਸਿਲੈਕਟ ਟੂਲ ਨੂੰ ਯੂਜ਼ ਕਰਕੇ ਜਿੰਨਾ ਚਾਹੀਦਾ, ਸਪੋਜ਼ ਦੈਟ ਕਿ ਮੈਂ ਸਿਰਫ ਆਹ ਪਾਰਟ, ਇੰਨਾ ਕੁ ਪਾਰਟ ਮੈਨੂੰ ਚਾਹੀਦਾ, ਇੰਨਾ ਕੁ ਪਾਰਟ ਮੈਂ ਰੱਖ ਲਿਆ, ਜਿੰਨਾ ਮਰਜ਼ੀ ਇੰਨਾ ਸਿਲੈਕਟ ਕਰ ਲਿਆ। ਇਹਨੂੰ ਇਕੱਲੇ ਨੂੰ ਇੱਕ ਤਾਂ ਤਰੀਕਾ ਹੈਗਾ ਕ੍ਰੌਪ, ਜੇ ਕ੍ਰੌਪ ਦੱਬਾਂਗੇ ਤਾਂ ਕੀ ਹੋਊਗਾ, ਇੰਨਾ ਕੁ ਇਕੱਲਾ ਜਿੰਨਾ ਸਿਲੈਕਟਡ ਹੈ ਇੰਨਾ ਕੁ ਰਹਿ ਜਾਊ, ਬਾਕੀ ਸਾਰਾ ਕੁਝ ਖਤਮ ਹੋ ਜਾਊਗਾ। ਕਰਕੇ ਦੇਖੋ, ਕ੍ਰੌਪ 'ਤੇ ਜਦੋਂ ਕਲਿੱਕ ਕਰਾਂ ਓਨਾ ਹੀ ਰਹਿ ਗਿਆ, ਬਾਕੀ ਸਾਰਾ ਕੁਝ ਉੜ ਗਿਆ, ਵਿੱਚੋਂ ਹੀ ਡਿਲੀਟ ਹੋ ਗਿਆ। ਕ੍ਰੌਪ ਦਾ ਕੰਮ ਹੈ ਸਿਲੈਕਟਡ ਪਾਰਟ ਇਕੱਲਾ ਛੱਡ ਕੇ ਬਾਕੀ ਦੇ ਪਾਰਟ ਨੂੰ ਆਪਾਂ ਰਿਮੂਵ ਕਰ ਸਕਦੇ ਹਾਂ। ਮੈਂ ਅਨਡੂ ਕਰ ਦੇਣਾ ਤਾਂ ਕਿ ਪਹਿਲਾਂ ਵਾਂਗੂ ਹੋ ਜਾਵੇ। ਇੱਕ ਤਰੀਕਾ ਇਹ ਵੀ ਸੀਗਾ ਕਿ ਮੈਨੂੰ ਜਿੰਨਾ ਚਾਹੀਦਾ ਉਹਨਾਂ ਪਹਿਲਾਂ ਮੈਂ ਸਿਲੈਕਟ ਕਰ ਲਵਾਂ, ਸਪੋਜ਼ ਦੈਟ ਸਿਲੈਕਟ ਕਰ ਲਿਆ। ਹੁਣ ਮੈਂ ਇਸ ਇਕੱਲੇ ਨੂੰ ਕਾਪੀ ਕਰ ਲਵਾਂ, Ctrl+C ਦੱਬਿਆ, ਸਿਲੈਕਟ ਕਰਨ ਤੋਂ ਬਾਅਦ ਕਾਪੀ ਕਰ ਲਿਆ। ਕਾਪੀ ਕਰਨ ਤੋਂ ਬਾਅਦ ਇਹਨੂੰ ਮੈਂ ਮਿਨੀਮਾਈਜ਼ ਕਰ ਦਿੰਦਾ, ਆਪਣੀ ਦੂਜੀ ਵਿੰਡੋ ਚਲੇ ਗਿਆ। ਇੱਥੇ ਮੈਂ ਪੇਸਟ Ctrl+V ਕਰ ਦਿੰਦਾ। ਜਦੋਂ ਮੈਂ Ctrl+V ਨਾਲ ਪੇਸਟ ਕਰੂੰਗਾ ਇੱਕ ਵਾਰੀ ਉਹ ਉੱਪਰ ਟੌਪ 'ਤੇ ਚਲ ਜਾਂਦਾ ਆ, ਬਟ ਇਹ ਮੂਵੇਬਲ ਹੈ, ਇਹਨੂੰ ਮਾਊਸ ਨੂੰ ਵਿੱਚ ਰੱਖ ਕੇ ਆਪਾਂ ਐਨੀਵੇਅਰ ਜਿੱਥੇ ਮਰਜ਼ੀ ਮੂਵ ਕਰ ਸਕਦੇ ਹਾਂ। ਮੈਂ ਨੋਟਪੈਡ ਦੀ ਵਿੰਡੋ ਵਿੱਚ ਕਿਤੇ ਵੀ ਇੱਥੇ ਲਗਾ ਦਿੱਤੀ ਉਹ ਪਿਕਚਰ। ਹਾਂ ਕਿਸੇ ਤੋਂ ਵੀ ਜਿੱਦਾਂ ਆਪਾਂ YouTube ਤੋਂ ਕੋਈ ਚੀਜ਼ ਲੈਣੀ ਇੱਦਾਂ ਹੀ ਕਰ ਸਕਦੇ ਹਾਂ? ਹਾਂ, YouTube ਦੇ ਵਿੱਚ ਜਿਹੜਾ ਨਾ ਪ੍ਰਿੰਟ ਸਕਰੀਨ ਹੈ, ਇਹਨੇ ਵੀਡੀਓ ਤਾਂ ਕਾਪੀ ਨਹੀਂ ਕਰਨੀ, ਇਹਨੇ ਤਾਂ ਐਟ ਪ੍ਰੈਜ਼ੈਂਟ ਜੋ ਸਕਰੀਨ 'ਤੇ ਆ ਉਹ ਕਾਪੀ ਕਰਨਾ ਨਾ, ਉਹਦੀ ਸਕਰੀਨਸ਼ਾਟ। ਤਾਂ YouTube ਦੇ ਵਿੱਚੋਂ ਵੀ ਮੰਨ ਲਓ YouTube ਦੇ ਵਿੱਚ ਵੀਡੀਓ ਦੇ ਵਿੱਚੋਂ ਇੱਕ ਸਕਰੀਨ ਦਿਖ ਰਹੀ ਹੈ, ਕੋਈ ਟੈਕਸਟ ਹੈ, ਆਪਾਂ ਨੂੰ ਉਹ ਚਾਹੀਦਾ ਆ, ਤਾਂ ਆਪਾਂ ਉਹਨੂੰ ਪੌਜ਼ ਕਰਕੇ ਪ੍ਰਿੰਟ ਸਕਰੀਨ ਦੱਬ ਲਈਏ, ਤਾਂ ਜਿਹੜੀ ਕਰੰਟ ਪਿਕਚਰ ਆ ਉਹ ਆਪਾਂ ਕਲਿੱਪਬੋਰਡ 'ਤੇ ਕਾਪੀ ਕਰ ਲਈ, ਦੈਨ ਉਹਨੂੰ ਜਿੱਥੇ ਵੀ ਚਾਹੁੰਦੇ ਆ ਪੇਂਟ 'ਚ ਪੇਸਟ ਕਰ ਲਈਏ। ਹੁਣ ਜਿਹੜੀ ਪਿਕਚਰ ਹੈ ਉਹ ਪੇਂਟ 'ਚ ਹੀ ਪੇਸਟ ਹੋਣੀ ਹੈ, ਐ ਨਹੀਂ ਹੋ ਸਕਦਾ। ਮੰਨ ਲਓ ਮੈਂ ਇੱਥੇ ਨੋਟਪੈਡ ਵੀ ਖੋਲ੍ਹਿਆ ਹੋਇਆ, ਜੇ ਮੈਂ ਇੱਥੇ ਐਡਿਟ ਦੀ ਪੇਸਟ ਕਮਾਂਡ ਦੱਬਾਂ, ਪੇਸਟ ਕਮਾਂਡ ਚੱਲਦੀ ਨਹੀਂ ਹੈਗੀ। ਕਿਉਂ ਨਹੀਂ ਚੱਲਦੀ? ਕਿਉਂਕਿ ਜਿਹੜੀ ਆਪਾਂ ਨੇ ਕਾਪੀ ਕੀਤੀ ਹੋਈ ਡਾਟਾ ਹੈ ਨਾ ਉਹ ਪੇਂਟ ਵਾਲਾ ਆ, ਉਹ ਨੋਟਪੈਡ ਵਾਲਾ ਨਹੀਂ ਹੈਗਾ। ਨੋਟਪੈਡ ਦੇ ਵਿੱਚ ਉਹ ਪੇਸਟ ਹੋ ਸਕਣ ਦੀ ਸਮਰੱਥਾ ਨਹੀਂ ਹੈਗੀ। ਮੈਂ ਪੇਂਟ ਨੋਟਪੈਡ ਦੀ ਵਿੰਡੋ 'ਚ ਵੈਸੇ ਡਰਾਇੰਗ ਬਣਾ ਲਈ, ਬਟ ਇਹ ਪੋਸੀਬਲ ਨਹੀਂ ਹੈਗਾ ਕਿ ਆਪਾਂ ਨੋਟਪੈਡ ਦੇ ਵਿੱਚ ਇੱਦਾਂ ਡਰਾਇੰਗ ਬਣਾ ਲਈਏ। ਇਹ ਤਾਂ ਪਿਕਚਰ ਹੈ, ਪਿਕਚਰ ਤਾਂ ਜੋ ਮਰਜ਼ੀ ਲਿਖੀ ਚਲੋ, ਇਹ ਤਾਂ ਇੱਕ ਫੋਟੋ ਬਣ ਗਈ ਨਾ। ਤੋ ਇੱਕ ਕੱਲਾ ਪ੍ਰਿੰਟ ਸਕਰੀਨ ਬਟਨ ਵੀ ਹੈਗਾ ਆ। ਜੇ ਮੈਂ ਕੱਲਾ ਪ੍ਰਿੰਟ ਸਕਰੀਨ ਦੱਬਾਂ ਫਿਰ ਕੀ ਹੁੰਦਾ ਆ, ਫਿਰ ਸਾਰੀ ਸਕਰੀਨ ਜੋ ਇਸ ਵੇਲੇ ਦਿਖ ਰਹੀ ਹੈ ਆ ਪੂਰਾ ਦਾ ਪੂਰਾ ਫਰੋਮ ਦੀ ਬਿਗਨਿੰਗ ਅਪ ਟੂ ਐਂਡ ਫੁੱਲ ਸਕਰੀਨ ਜੋ ਵੀ ਐਟ ਪ੍ਰੈਜ਼ੈਂਟ ਦਿਖਦੀ ਹੈ, ਅਗਰ ਉਹਨੂੰ ਕਾਪੀ ਕਰਨਾ ਹੋਵੇ ਕਲਿੱਪਬੋਰਡ 'ਚ ਤਾਂ ਪ੍ਰਿੰਟ ਸਕਰੀਨ ਦੱਬ ਲਓ। ਪ੍ਰਿੰਟ ਸਕਰੀਨ ਦੱਬਿਆ, ਕਾਪੀ ਹੋ ਗਿਆ। ਸਾਨੂੰ ਕਿਵੇਂ ਪਤਾ ਲੱਗੂਗਾ ਕਾਪੀ ਹੋਇਆ? ਕਾਪੀ ਕਰਨ ਦਾ ਫਾਇਦਾ ਵੀ ਤਾਂ ਹੀ ਹੈ ਨਾ, ਕਲਿੱਪਬੋਰਡ 'ਚ ਕਾਪੀ ਹੋ ਗਿਆ, ਉਹਨੂੰ ਇੱਥੇ ਲੈ ਕੇ ਆਓ। ਕਿੱਥੇ ਲੈ ਕੇ ਆਈਏ? ਮੰਨ ਲਓ ਪੇਂਟ ਦੇ ਵਿੱਚ ਹੀ ਆਪਾਂ ਕਿਤੇ ਵੀ, ਚਲੋ ਮੈਂ ਆਹ ਫਾਈਲ ਨੂੰ ਖਰਾਬ ਨਹੀਂ ਕਰਦਾ,
मैं पेंट की होर कोई फाइल इत्थे एक फाइल होर पई है ना, ये आ तो वही फाइल है, इत्थे पेंट की दूजी फाइल मान लो आ खोल ली, इनू मैं न्यू कर देना भी ये मिट जाए फाइल चुक ली, ये बंद हो जाए, सेव करने की लोड़ नहीं है। इत्थे मैं कंट्रोल V कर देवां तो वो सारी विंडो आ गई, ईवन थले जो स्टार्ट बटन वो भी नाल आ गया। मतलब जे अल्टर प्रिंट स्क्रीन दबदे हैं तो करंट जी उपरली विंडो एक्टिव विंडो वो आती होंगी है, जे आप कला प्रिंट स्क्रीन बिना अल्टर तो दबदे हैं तो होल स्क्रीन होल डेस्कटॉप वट एवर जो भी स्क्रीन पर एट प्रेजेंट दिख रहा ये क्लिपबोर्ड कॉपी हो जाऊगा। then we can paste it in paint। तो ये पेंट के एक ये भी है, मैं इन्हू थोड़ा छोटा कर लवां, बहुत वड्डी जी ड्राइंग है ना, इन्हू एडिट करना औखा लग रहा, मैं इन्हू छोटा कर लिया अपने हिसाब से। हुण मैं देखो इत्थे जे मैं सिलेक्टेड ड्राइंग हैगी है, सिलेक्टेड नहीं हैगी, इहदा ड्राइंग का साइज़ है, एक कल भी दस्सिया सीगा मैं तुहानूं, जिहड़ा हुण इस वेले की है आ कैनवस का साइज़ है। जे मैं कैनवस का साइज़ वड्डा करना हो तो इत्थों खिंच के वड्डा कर सकते हैं, जे छोटा करना छोटा कर सकते, जो छोटा करूँगा तो फिर की होगा, बाकी दी इमेज कट्टी जानी है, क्रॉप होगी। हुण जे क्रॉप होगी मैं हुण वड्डा करूँगा तो फिर वो कट्टी गई, अंडू करके वापस लिया सकता, पर अंडू दो बार चलता है। जिवें नोटपैड में आपां देखिया कि अंडू इक्को बार चलता सीगा, एक एक्शन कैंसल हो गया, दोबारा अंडू करने तो वो कैंसल, अगला इस तो प्रीवियस एक्शन कैंसल नहीं होता, बट इत्थे वी हैव नोटेड दैट अंडू दोबारा भी चलता, यानी एक एक्शन अंडू किया दूजी बारी फिर अंडू करता तो इस तो प्रीवियस एक्शन वापस हो जाऊगा, फिर अंडू करिए इस तो प्रीवियस एक्शन अंडू हो गया, फिर अंडू करिए इस तो प्रीवियस एक्शन, बस यही है कि ये आप अंडू मल्टीपल्स यूज़ कर सकते हैं, 1 by 1 प्रीवियस एक्शन, बट नोटपैड में ओनली 1 अंडू ही चलता है। एक होर दस्सण वाली गल सी कि मान लो मैं इनू बंद कर देना, यदि मैनू जरूरत नहीं है, सेव भी नहीं करता, इत्थे ही आ गया। हुण जिहड़ा ड्राइंग है, सपोज आही ड्राइंग है, इनू मैं कल्ले नू सिलेक्ट कर लवां, कॉपी करके ना इदां सिलेक्ट कर लिया, सिलेक्ट करके हुण मैं इत्थों माउस नू ना सिलेक्टेड ड्राइंग दे, जदों माउस नू सिलेक्टेड ड्राइंग दे इदां कॉर्नरस दे उत्ते, कॉर्नर दे उत्ते एक आ बटन है, एक आ बटन कॉर्नर ते है, एक आ है, यानी 8 बटन ने टोटल। इन्हां चों किसी भी बटन ते माउस नू जदों ले जाने तो माउस की शेप तुसीं देख रहे हो चेंज हो जाती है। हुण अगर आप इहनूं ड्रैग करांगे उपर वल नूं तो इहदा हाइट वध जूगी, जे थल्ले नूं ड्रैग करांगे हाइट घट जूगी, यानी इहनूं आपां स्ट्रैच करके इहदी हाइट नूं या इहदी विड्थ नूं या विड्थ एंड हाइट दोवां नूं आपां इनक्रीज़ या डिक्रीज़ कर सकते हैं। मान लो मैं इहनूं खिंच के दिखाउणा तुहानूं, इदां खिंच लिया बार बार नूं कल्ला एक, यानी कि जे आपां जिहड़े कॉर्नर वाले एंगल्स ने उत्थे माउस रख के खिंचांगे तो इहदी हुण साइज़ वड्डा हो जाऊगा। जो साइज़ वड्डा हो गया तो क्वालिटी जरूर डाउन होनी है, क्योंकि पिक्सल्स नूं ही वो खिंडा दूगा, पिक्सल उन्हें वड्डे दूर दूर कर दूगा। ये ड्राइंग पिक्सल्स तो बनी हुई है। हुण जे मैं दोबारा छोटा भी कर लूँगा तो इसकी क्वालिटी जिहड़ी है वो पुअर हो ही जाती है, जिन्ना जिन्ना वड्डा छोटा करी चलांगे। तो ये पेंट दे विच इन्नी वधिया कैपेबिलिटी नहीं हैगी कि वो जदों आपां वड्डा करांगे तो क्वालिटी नूं डिक्रीज़ ना होण देवे। पेंट एक सिंपल फ्री सॉफ्टवेयर है जिहड़ा सिर्फ सिंपल जिहियां इमेजेस दे विच एडिटिंग करन वास्ते तां यूज़ कर सकदे आ, लेकिन जे वो इदां करना होवे वड्डा छोटा तो उहदे वास्ते पेंट उन्ना कारगर नहीं हैगा। बट कमांड है कि आपां पेंट की ड्राइंग के किसी पार्ट नूं सिलेक्ट करके मूव कर सकते हैं। मूव करने वास्ते माउस नूं विच रखो, शेप चेंज होगी इदां दी, नाल इहनूं ड्रैग करके एनीवेयर वी कैन मूव। ਇਹਦੇ ਵਿੱਚ ਨਾ फाइल मेनू ਦੇ ਵਿੱਚ एक कमांड है प्रॉपर्टीज़, ਇਹ कमांड अप्लाई करती कंप्यूटर ने ਇੱਥੇ ਮੈਨੂੰ ਪੁੱਛ ਲਿਆ, ਕੀ ਪੁੱਛ ਲਿਆ ਕਿ ਜਿਹੜੀ ਇਹ ਡਰਾਇੰਗ ਹੈ, ਜਿਹੜੀ ਹੁਣ ਡਰਾਇੰਗ ਖੁੱਲੀ ਹੋਈ ਆ ਉਹਦੀ ਵਿਡਥ ਕਿੰਨੀ ਤੇ ਹਾਈਟ ਕਿੰਨੀ ਪਿਕਸਲਸ ਦੇ ਵਿੱਚ ਹੈ, ਕਿੰਨੇ ਪਿਕਸਲ ਇਹਦੀ ਵਿਡਥ, ਪਿਕਸਲ ਮੈਂ ਦੱਸਿਆ ਪੁਆਇੰਟ ਜਿੱਥੋਂ ਡਰਾਇੰਗ ਬਣਦੀ ਹੈ, ਇਹਦੀ ਵਿਡਥ ਤੇ ਹਾਈਟ ਇਸ ਵੇਲੇ ਇੰਨੀ ਹੈ। ਜੇ ਤੁਸੀਂ ਇਹਦੀ ਵਿਡਥ ਵਧਾਉਣੀ ਘਟਾਉਣੀ ਹੋਵੇ, ਹਾਲਾਂਕਿ ਮੈਂ ਪਹਿਲਾਂ ਦੱਸ ਚੁੱਕਿਆ ਕਿ ਮਾਊਸ ਨਾਲ ਆਪਾਂ ਉਹਦੀ ਵਿਡਥ ਨੂੰ ਕੈਨਵਸ ਦੇ ਸਾਈਜ਼ ਨੂੰ ਵਧਾ ਘਟਾ ਸਕਦੇ ਹਾਂ, ਇੱਥੇ ਆਪਾਂ ਰਿਟਨ 'ਚ ਵੀ ਘਟਾ ਸਕਦੇ ਹਾਂ। ਮੰਨ ਲਓ ਮੈਂ ਚਾਹੁੰਦਾ ਵਿਡਥ ਉਹਦੀ 1000 ਦੀ ਵਿਡਥ ਹੋ ਜਾਵੇ 1000 ਪਿਕਸਲਸ ਦੀ,
ਹਾਈਟ ਮੰਨ ਲਓ ਮੈਂ ਕਰ ਦਵਾਂ 500 ਔਰ ਜਦੋਂ ਮੈਂ ਓਕੇ ਕਰੂੰਗਾ ਤਾਂ ਜਿਹੜਾ ਇਹ ਕੈਨਵਸ ਹੈ ਜਿਹੜੀ ਹੁਣ ਡਰਾਇੰਗ ਖੁੱਲੀ ਹੋਈ ਹੈ ਉਹਦੀ ਵਿਡਥ ਪਹਿਲਾਂ ਨਾਲੋਂ ਘੱਟ ਜਾਊਗੀ। ਪਹਿਲਾਂ 1200 ਸੀਗੀ ਤੇ ਹੁਣ 1000 ਕਰਤੀ। ਹਾਈਟ ਵੀ ਪਹਿਲਾਂ ਜ਼ਿਆਦਾ ਸੀ ਹੁਣ ਮੈਂ ਘੱਟ ਕਰਤੀ। ਜਦੋਂ ਓਕੇ ਕਰੂੰਗਾ ਤਾਂ ਕੀ ਹੋਇਆ ਕਿ ਕੈਨਵਸ ਦਾ ਸਾਈਜ਼ ਥੋੜ੍ਹਾ ਜਿਹਾ ਪਹਿਲਾਂ ਨਾਲੋਂ ਛੋਟਾ ਹੋ ਗਿਆ ਤੇ ਜੇ ਥੱਲੇ ਜਿੰਨਾ ਸਾਈਜ਼ ਘਟਿਆ ਉੱਤੇ ਕੋਈ ਚੀਜ਼ ਸੀ ਉਹ ਡਿਲੀਟ ਹੋ ਗਈ, ਕ੍ਰੌਪ ਹੋ ਗਈ ਉਹ। ਤੋ ਪ੍ਰੋਪਰਟੀਜ਼ ਕਮਾਂਡ ਜਿਹੜੀ ਫਾਈਲ ਮੈਨੂ ਦੇ ਵਿੱਚ ਇੱਥੋਂ ਕਲਿੱਕ ਕਰਨ ਤੇ ਖੁੱਲ੍ਹਦੀ ਹੈ, ਇਹਦਾ ਕੰਮ ਹੋ ਗਿਆ ਪਿਕਸਲਸ ਜਾਂ ਸੈਂਟੀਮੀਟਰ 'ਚ ਕਿੰਨਾ ਕਲਿੱਕ ਕਰੋ, ਇਹ ਸੈਂਟੀਮੀਟਰ 'ਚ ਕਨਵਰਟ ਹੋ ਗਿਆ। ਇੰਚਸ 'ਤੇ ਕਲਿੱਕ ਕਰਾਂਗੇ ਇੰਚਸ 'ਚ ਕਨਵਰਟ ਹੋ ਜਾਊਗਾ। ਇਹ ਜਿਹੜੇ ਕਲਰਸ ਦਿਖ ਰਹੇ ਨੇ ਨਾ ਇਸ ਵੇਲੇ ਕਲਰਸ ਨੇ, ਜੇ ਮੈਂ ਇਹਨੂੰ ਬਲੈਕ ਐਂਡ ਵਾਈਟ ਕਲਿੱਕ ਕਰੂੰਗਾ ਤਾਂ ਇੱਥੇ ਕਲਰਸ ਨਹੀਂ ਆਉਣਗੇ, ਇਕੱਲੇ ਬਲੈਕ ਐਂਡ ਵਾਈਟ, ਯਾਨੀ ਕਿ ਜਿਵੇਂ ਬਲੈਕ ਐਂਡ ਵਾਈਟ ਟੀਵੀ ਹੁੰਦਾ ਉਹ 'ਚ ਇਕੱਲਾ ਵਾਈਟ ਤੇ ਬਲੈਕ ਤੇ ਗ੍ਰੇ ਇਹੀ ਰਹਿਣਗੇ। ਫਿਰ ਕਲਰਸ ਘੱਟ ਜਾਣਗੇ। ਜੇ ਮੈਂ ਉਹਨੂੰ ਓਕੇ ਕਰ ਦਿੰਦਾ ਤੇ ਜਿਹੜੇ ਹੁਣ ਵੀ ਆਹ ਕਲਰ ਨੇ ਬਲੈਕ ਐਂਡ ਵਾਈਟ ਕਨਵਰਟ ਹੋ ਜਾਣਗੇ। ਓਕੇ ਕਰੋ ਸਾਡੀ ਫਾਈਲ, ਇਹ ਗ੍ਰੇ ਵੀ ਨਹੀਂ ਰਿਹਾ, ਬਲੈਕ ਐਂਡ ਵਾਈਟ ਹੀ ਰਹਿ ਗਏ ਇਕੱਲੇ। ਯਾਨੀ ਕਿ ਡਾਰਕ ਕਲਰ ਨੇ ਉਹ ਹੋ ਗਏ ਬਲੈਕ, ਜਿਹੜੇ ਲਾਈਟ ਕਲਰ ਨੇ ਹੋ ਗਏ ਗ੍ਰੇ, ਜਾਂ ਬਿਲਕੁਲ ਲਾਈਟ ਕਲਰ ਦਾ ਹੋ ਗਿਆ ਵਾਈਟ। ਤਾਂ ਇੱਥੇ ਹੁਣ ਆਪਣੇ ਕੋਲ ਕਲਰਸ ਵੀ ਇਕੱਲੇ ਗ੍ਰੇ ਐਂਡ ਬਲੈਕ ਹੀ ਰਹਿ ਗਏ। ਤੇ ਇਹਦੀ ਜ਼ਰੂਰਤ ਤਾਂ ਪੈਣੀ ਨਹੀਂ ਚਾਹੀਦੀ ਹੈਗੀ, ਬਟ ਆਪਸ਼ਨ ਹੈ। ਮੈਂ ਇਹਨੂੰ ਫਿਰ ਠੀਕ ਕਰ ਦੇਵਾਂ। ਹੁਣ ਕਲਰ ਖਰਾਬ ਹੋ ਗਏ, ਦੁਬਾਰਾ ਠੀਕ ਨਹੀਂ ਹੋਣੇ ਹੈਗੇ, ਅੰਡੂ ਨਾਲ ਭਾਵੇਂ ਠੀਕ ਹੋ ਜਾਣ। ਕਲਰ ਤਾਂ ਆ ਗਏ ਲੇਕਿਨ ਆਹ ਡਰਾਇੰਗ ਦੇ ਕਲਰ ਖਰਾਬ ਹੋ ਗਏ। ਅੰਡੂ ਕਰਕੇ ਦੇਖੋ, ਅੰਡੂ ਨਾਲ ਪ੍ਰੀਵੀਅਸ ਐਕਸ਼ਨ ਕੈਂਸਲ ਹੋ ਜਾਂਦਾ ਹੈ। ਅੰਡੂ ਫਿਰ ਦੱਬਿਆ, ਫਿਰ ਦੱਬਿਆ, ਫਿਰ ਦੱਬਿਆ, ਬਸ ਇੰਨੇ ਤੱਕ ਹੀ ਕੰਮ, ਜਿੰਨੇ ਕੰਮ ਕੀਤੇ ਸੀਗੇ ਕੰਟਰੋਲ Z ਦੱਬ ਕੇ ਮੈਂ ਉਹਨਾਂ ਨੂੰ ਰਿਵਰਸ ਕਰ ਸਕਦਾ ਹਾਂ ਜਦ ਤੱਕ ਉਹ ਫਾਈਲ ਓਪਨ ਹੈ। ਜੇ ਫਾਈਲ ਸੇਵ ਕਰਕੇ ਬੰਦ ਕਰਤੀ ਫਿਰ ਅੰਡੂ ਨਹੀਂ ਚੱਲਦਾ ਹੈਗਾ। ਇੱਕ ਇਹਦੇ ਵਿੱਚ ਸਪੋਜ਼ ਦੈਟ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦਿੰਦਾ ਹੈ। ਮੰਨ ਲਓ ਮੈਂ ਕੰਟਰੋਲ Z ਅੰਡੂ ਹੀ ਹੈ ਨਾ, ਹਾਂ। ਜੇ ਆਪਾਂ ਸੇਵ ਕਰ ਲਿਆ, ਫਾਈਲ ਬੰਦ ਕਰਤੀ, ਫਿਰ ਅੰਡੂ ਨਹੀਂ ਨਾ ਕਰਨ, ਦੁਬਾਰਾ ਖੋਲਾਂਗੇ ਫਿਰ ਥੋੜ੍ਹੀ ਅੰਡੂ ਕਰ ਹੋਣਾ ਨਾ, ਜਦ ਤੱਕ ਫਾਈਲ ਓਪਨਡ ਹੈ। ਤੇ ਹੁਣ ਮੰਨ ਲਓ ਮੈਂ ਇੱਥੇ ਨਾ ਇਹਦੇ ਨਾਲ ਐ ਲਿਖਣਾ ਚਾਹੁੰਦਾ, ਲੇਬਲ ਬਣਾਉਣਾ ਚਾਹੁੰਦਾ ਕਿ ਇੱਥੇ ਲਿਖਣਾ ਹੈ ਕਲੋਜ਼। ਇਹ ਕਲੋਜ਼ ਬਟਨ ਹੈ, ਇਹ ਮੈਕਸਿਮਾਈਜ਼ ਬਟਨ ਹੈ। ਜਿਵੇਂ ਕਦੇ ਆਪਾਂ ਨੂੰ ਜ਼ਰੂਰਤ ਪੈ ਸਕਦੀ ਹੈ ਤਾਂ ਉਹਦੇ ਵਾਸਤੇ ਕੀ ਕਰੀਏ ਆਪਾਂ, A ਟੂਲ ਨੂੰ ਯੂਜ਼ ਕਰਕੇ ਆਪਾਂ ਟੈਕਸਟ 'ਤੇ ਇੱਥੇ ਲਿਖ ਦਈਏ ਕਲੋਜ਼। ਇੱਥੇ ਫੌਂਟ ਛੋਟਾ ਕਰ ਦਈਏ, ਬਾਹਲੇ ਵੱਡੇ ਫੌਂਟ ਨੇ ਨਾ, ਇਹਨੂੰ 36 ਨੂੰ ਮੈਂ 20 ਕਰ ਦੇਣਾ। ਇੱਥੇ ਇਟੈਲਿਕ ਕੀਤਾ ਹੋਇਆ, ਇਟੈਲਿਕ ਆਫ ਕਰ ਦਈਏ, ਬੋਲਡ ਵੀ ਆਫ ਕਰ ਦਈਏ। ਇਹ ਜਿਹੜੇ ਅੱਖਰਾਂ ਦੇ ਕਲਰ ਇਸ ਵੇਲੇ ਆਹ ਕਲਰ ਚੂਜ਼ ਕੀਤਾ ਹੋਇਆ, ਇਹ ਅੱਖਰ ਇਸ ਕਲਰ 'ਚ ਆਉਣਗੇ। ਚਲੋ ਠੀਕ ਹੈ, ਆਪਾਂ ਇੱਥੇ ਕਰ ਦਿੰਦੇ ਹਾਂ ਕਲੋਜ਼। ਫੌਂਟ ਵੀ ਯੂਜ਼ ਕੀਤਾ ਹੋਇਆ, ਲੰਬਾ ਜਿਹਾ ਫੌਂਟ ਹੈ, ਮੈਂ ਇਹਨੂੰ ਬਦਲਣਾ ਚਾਹੁੰਦਾ ਤਾਂ ਪਹਿਲਾਂ ਮੈਂ ਸਿਲੈਕਟ ਕਰ ਲਵਾਂ, ਕਿਉਂਕਿ ਜੇ ਲਿਖ ਚੁੱਕੇ ਹਾਂ, ਮੰਨ ਲਓ ਲਿਖਤੇ, ਇੱਥੋਂ ਮੈਂ ਫੌਂਟ ਬਦਲੂੰਗਾ। ਹੁਣ ਜੇ ਮੈਂ ਇੱਥੋਂ ਫੌਂਟ ਕੋਈ ਚੂਜ਼ ਕਰੂੰਗਾ ਤੇ ਇਹ ਫੌਂਟ ਅਪਲਾਈ ਹੋ ਗਿਆ। ਅੱਗੋਂ ਜਿਹੜਾ ਲਿਖਾਂਗੇ, ਹੁਣ ਮੈਂ ਲਿਖੂੰਗਾ ਕਲੋਜ਼, ਇਹ ਫੌਂਟ ਲੱਗ ਗਿਆ, ਪਿਛਲਾ ਕਲੋਜ਼ ਮਟੇਣਾ ਪਊਗਾ। ਜੇ ਆਪਾਂ ਲਿਖੇ ਹੋਏ ਅੱਖਰਾਂ ਦੇ ਫੌਂਟ ਬਦਲਨੇ ਆ ਨਾ, ਪਹਿਲਾਂ ਸਿਲੈਕਟ ਕਰ ਲਓ, ਸਿਲੈਕਟ ਕਰਕੇ ਫਿਰ ਇਹ ਫੌਂਟ ਕਮਾਂਡ ਦਿਓ। ਇੱਥੋਂ ਫੌਂਟ ਮੰਨ ਲਓ ਆਹ ਕਹਿਤਾ, ਜਾਂ ਇੱਥੋਂ ਫੌਂਟ ਜਿੰਨੇ ਵੀ ਨੇ ਕੋਈ ਵੀ ਚੂਜ਼ ਕੀਤਾ ਉਹ ਕਲਰ ਲੱਗ ਗਿਆ, ਉਹ ਫੌਂਟ ਲੱਗ ਗਿਆ। ਸਾਈਜ਼ ਵੀ ਬਦਲਾਂਗੇ, ਬਦਲ ਸਕਦਾ ਆ। ਹੁਣ ਸਪੋਜ਼ ਦੈਟ ਮੈਂ ਇੱਥੇ ਲਿਖਤਾ ਕਲੋਜ਼, ਤੇ ਇੱਥੇ ਮੈਂ ਇੱਕ ਲਾਈਨ ਬਣਾ ਲੈਂਦਾ। ਇੱਥੋਂ ਲਾਈਨ ਨੂੰ ਯੂਜ਼ ਕਰਕੇ ਇੱਦਾਂ ਲਾਈਨ, ਇਹ ਇੰਡੀਕੇਸ਼ਨ ਹੋ ਗਈ ਵੀ ਇਹ ਕਲੋਜ਼ ਬਟਨ ਹੈ। ਇੱਦਾਂ ਇੱਥੇ ਮੈਂ ਲਿਖਣਾ ਮੈਕਸੀਮਾਈਜ਼, ਇੱਕ ਲਾਈਨ ਹੋਰ ਬਣਾ ਲਈ, ਔਰ ਇਹਦੇ ਨਾਲ ਮੈਂ ਇੱਥੇ ਲਿਖਣਾ ਮੈਕਸੀਮਾਈਜ਼। ਤਾਂ ਮੈਂ A ਟੂਲ ਨੂੰ ਕਲਿੱਕ ਕਰਕੇ ਇੱਥੇ ਮੈਂ ਲਿਖ ਦੇਣਾ ਹੈ ਮੈਕਸੀਮਾਈਜ਼। ਇਸ ਤਰ੍ਹਾਂ ਆਪਣੀ ਡਰਾਇੰਗ ਦੇ ਵਿੱਚ ਜਿਵੇਂ ਜ਼ਰੂਰਤ ਹੋਵੇ ਆਪਾਂ ਐਡੀਟਿੰਗ ਕਰ ਸਕਦੇ ਹਾਂ। ਇਹਨੂੰ ਮੀਨੂ ਬਾਰ ਕਹਿੰਦੇ ਆ। ਮੰਨ ਲਓ ਮੈਂ ਇਹਦੇ 'ਤੇ ਇਸ ਤਰ੍ਹਾਂ ਬਣਾਉਣਾ ਚਾਹੁੰਦਾ ਹਾਂ, ਸਪੋਜ਼ ਕਿ ਆਪਾਂ ਹੋਮ 'ਤੇ ਗਏ, ਟੈਕਸਟ ਲਿਖਦੇ ਮੈਂ ਤਾਂ ਉਦੋਂ ਇਕੱਲੇ ਟੈਕਸਟ ਦੀਆਂ ਕਮਾਂਡਾਂ ਚੱਲਦੀਆਂ ਨੇ। ਆਪਾਂ ਹੋਮ 'ਤੇ ਗਏ, ਇਹਦੇ ਵਿੱਚ ਕੋਈ ਹੋਰ ਮੰਨ ਲਓ ਮੈਂ ਆਹ ਲਾਈਨ, ਆਹ ਇੱਕ ਸਰਕਲ ਜਿਹਾ ਬਣਾ ਲਿਆ, ਇਹ ਸਰਕਲ ਨੂੰ ਇੱਦਾਂ ਬਣਾ ਲਿਆ। ਮੈਂ ਕਹਿ ਦੇਵਾਂ ਵੀ ਇਹ ਮੀਨੂ ਬਾਰ ਹੈ, ਇੱਦਾਂ ਹਾਈਲਾਈਟ ਕਰਕੇ ਬਣਾ ਲਿਆ। ਉਸ ਤੋਂ ਬਾਅਦ ਇੱਥੇ A 'ਤੇ ਕਲਿੱਕ ਕਰਕੇ ਮੈਂ ਇਹ ਲਿਖ ਦੇਵਾਂ ਕਿ ਇਹਨੂੰ ਮੀਨੂ ਬਾਰ ਕਹਿੰਦੇ ਆ, ਮੈਨੂ ਬਾਰ। ਇਹਨੂੰ ਮੈਂ ਜਦੋਂ ਟਾਈਪ ਕਰਦਾ ਉਦੋਂ, ਜਿਵੇਂ ਇਹ ਨਾ ਹਾਲੇ ਟੈਕਸਟ ਹੈ, ਇਹਦੇ ਵਿੱਚ ਜੇ ਮੈਂ ਸਪੈਲਿੰਗ ਗਲਤ ਨੇ ਤਾਂ ਠੀਕ ਕਰ ਸਕਦਾ ਹਾਂ, ਇਹਦੀ ਫੌਂਟ ਚੇਂਜ ਕਰ ਸਕਦਾ, ਇਹਦਾ ਕਲਰ ਚੇਂਜ ਕਰ ਸਕਦਾ। ਹੁਣ ਮੰਨ ਲਓ ਇਹਦਾ ਕਲਰ ਮੈਂ ਰੈੱਡ ਨਹੀਂ ਕਰਨਾ ਹੈਗਾ, ਕੋਈ ਹੋਰ ਕਰਨਾ ਹੈ, ਸਪੋਜ਼ ਮੈਂ ਇੱਥੋਂ ਬਲੂ ਚੂਜ਼ ਕਰ ਲਿਆ, ਇਹ ਬਲੂ ਹੋ ਗਿਆ। ਜਦੋਂ ਮੈਂ ਮਾਊਸ ਨਾਲ ਇਹਨੂੰ ਇਸ ਤਰ੍ਹਾਂ ਮੂਵ ਕਰਨਾ ਹੈ, ਇਹ ਮੂਵ ਵੀ ਹੋ ਜਾਂਦਾ ਹੈ। ਇੱਕ ਵਾਰੀ ਮੈਂ ਬਣਾ ਲਿਆ, ਹੁਣ ਇਹ ਬਣ ਗਿਆ, ਕੰਪਲੀਟ ਹੋ ਗਿਆ। ਹੁਣ ਇਹਦੇ ਵਿੱਚ ਮੈਂ ਕਰਸਰ ਲਿਆ ਕੇ ਚੇਂਜ ਨਹੀਂ ਕਰ ਸਕਦਾ ਹੈਗਾ, ਇਹ ਹੁਣ ਡਰਾਇੰਗ ਬਣ ਚੁੱਕੀ ਆ, ਹੁਣ ਇਹ ਟੈਕਸਟ ਨਹੀਂ ਰਿਹਾ। ਹੁਣ ਇਹਦੇ ਵਿੱਚ ਜੇ ਮੈਂ ਕਹਾਂ ਇਹਦਾ ਫੌਂਟ ਬਦਲਣਾ ਹੈ ਜਾਂ ਕਲਰ ਬਦਲਣਾ ਹੈ, ਆਈ ਵਾਂਟ ਬੀ ਏਬਲ ਟੂ ਕਲਰ ਜਾਂ ਚੇਂਜ ਇਟਸ ਫੌਂਟ, ਇਹਦੀ ਸਪੈਲਿੰਗ ਗਲਤ ਹੋ ਗਈ ਤਾਂ ਇਹੀ ਰਹਿਣਗੇ। ਕੱਟ ਕੇ ਦੁਬਾਰਾ ਲਿਖ ਲਓ, ਆਪਾਂ ਇਹ ਕਰ ਸਕਦੇ ਹਾਂ।
ਸਿਲੈਕਟ ਕਮਾਂਡ ਦੱਬੀ, ਇਹਨੂੰ ਆਪਾਂ ਨੇ ਇਹਨੂੰ ਸਿਲੈਕਟ ਕਰਕੇ ਡਿਲੀਟ ਕਰ ਦਿੱਤਾ, ਇਹ ਮਿਟ ਗਿਆ ਤੇ ਹੁਣ ਆਪਾਂ ਇਹਦੇ ਤੇ ਜੋ ਮਰਜ਼ੀ ਨਵਾਂ ਲਿਖ ਸਕਦੇ ਹਾਂ। ਇਹਦੇ ਤੇ ਨਵਾਂ ਲਿਖਣਾ ਹੋਵੇ ਤਾਂ ਇਹ ਤੇ ਕਲਿੱਕ ਕਰੋ, ਇੱਥੇ ਨਵਾਂ ਟੈਕਸਟ ਲਿਖ ਦਿਓ, ਜੋ ਮਰਜ਼ੀ ਲਿਖ ਦਿਓ, ਫਿਰ ਲਿਖ ਦੇਣਾ ਮੀਨੂ ਬਾਰ। ਤੇ ਇਹ ਜਿਹੜੀ ਡਰਾਇੰਗ ਹੁਣ ਬਣਾ ਰਿਹਾ ਨਾ, ਇਸ ਡਰਾਇੰਗ ਦੇ ਜਿਹੜਾ ਬੈਕਗਰਾਊਂਡ ਕਲਰ ਹੈ, ਮੰਨ ਲਓ ਇਹਨੂੰ ਮੂਵ ਕਰਕੇ ਦੇਖਦੇ ਹਾਂ, ਇਹਦੇ ਤੇ ਬੈਕਗਰਾਊਂਡ ਕਲਰ ਖਾਲੀ ਹੈ ਨਹੀਂਗਾ, ਯਾਨੀ ਇਹਦਾ ਜਿਹੜਾ ਬੈਕਗਰਾਊਂਡ ਕਲਰ ਹੈ ਮੀਨੂ ਬਾਰ ਦੇ ਬੈਕਗਰਾਊਂਡ ਤੇ ਕਲਰ ਟਰਾਂਸਪੇਰੈਂਟ ਹੈ। ਤੇ ਇੱਥੇ ਇੱਕ ਆਪਸ਼ਨ ਹੈ ਆ ਟਰਾਂਸਪੇਰੈਂਟ ਓਪੇਕ, ਜੇ ਮੈਂ ਓਪੇਕ ਤੇ ਕਲਿੱਕ ਕਰ ਦਿੰਦਾ ਆ, ਹੁਣ ਕੀ ਹੋਊਗਾ ਦੇਖਿਓ। ਮੰਨ ਲਓ ਆਪਾਂ ਇਹਨੂੰ ਨਾ ਡਰਾਇੰਗ ਨੂੰ ਮੂਵ ਕਰਦੇ ਹਾਂ, ਮੂਵ ਕਰਕੇ ਕਿੱਥੇ ਰੱਖਦੇ ਹਾਂ ਤਾਂ ਉਹ ਡਰਾਇੰਗ ਦੇ ਚੌਰਸ ਜਿੰਨਾ ਵੀ ਏਰੀਆ ਉਹਦੇ ਬੈਕਗਰਾਊਂਡ ਤੇ ਵਾਈਟ ਕਲਰ ਲੱਗਿਆ ਹੋਇਆ। ਆਪਾਂ ਬੈਕਗਰਾਊਂਡ ਕਲਰ ਚੇਂਜ ਕਰਨਾ ਵਾ, ਇੱਥੇ ਕਲਰ ਦੋ ਦਿਖਦੇ ਨੇ, ਇੱਕ ਕਲਰ ਇਹਨੂੰ ਕਹਿੰਦੇ ਆ 4 ਕਲਰ, ਅੱਖਰਾਂ ਦਾ ਕਲਰ ਉੱਪਰਲਾ ਕਲਰ, ਜਿਹੜਾ ਦੂਜਾ ਹੈ ਬੈਕ ਕਲਰ ਵਾਈਟ ਹੈ ਇਸ ਵੇਲੇ। ਆਪਾਂ ਬੈਕ ਕਲਰ ਤੇ ਕਲਿੱਕ ਕਰਕੇ ਇੱਥੇ ਕੋਈ ਕਲਰ ਚੂਜ਼ ਕੀਤਾ, ਮੰਨ ਲਓ ਮੈਂ ਆਹ ਕਲਰ ਚੂਜ਼ ਕਰਤਾ, ਇੱਥੇ ਆਹ ਕਲਰ ਚੂਜ਼ ਕੀਤਾ, ਜਾਂ ਕਲਰ ਚੂਜ਼ ਕੀਤਾ, ਜਾਂ ਕਲਰ ਚੂਜ਼ ਕੀਤਾ, ਜਿਹੜਾ ਮੈਂ ਕਲਰ ਇਸ ਤਰ੍ਹਾਂ ਬੈਕ ਤੇ ਕਲਿੱਕ ਕਰੂੰਗਾ ਨਾ, ਬੈਕਗਰਾਊਂਡ ਕਲਰ ਉਹੀ ਬਣੀ ਜਾ ਰਿਹਾ। ਤੇ ਜੇ ਮੈਂ ਚਾਹੁੰਦਾ ਕਿ ਬੈਕਗਰਾਊਂਡ ਕਲਰ ਜੇ ਮੈਂ ਚੂਜ਼ ਕਰਾਂ ਤਾਂ ਵੀ ਉਹ ਓਪੇਕ ਤੇ, ਹਾਂ ਓਪੇਕ, ਜੇ ਮੈਂ ਟਰਾਂਸਪੇਰੈਂਟ ਕਹੂੰਗਾ ਤਾਂ ਫਿਰ ਕਲਰ ਲੱਗੂਗਾ ਹੀ ਨਹੀਂ, ਚਾਹੇ मैं कोई भी कलर लगावा वो कलर इफेक्ट नहीं करूँगा, कम नहीं करूँगा। ओपेक द ऑपोजिट है ट्रांसपेरेंट। क्लीयर है गल? ਇਹਦੀ ਆਪਾਂ ਵਰਤੋਂ ਕਰਕੇ ਨਾ ਆਪਣੀ ਮਾੜੀ ਮੋਟੀਆਂ ਡਰਾਇੰਗਸ ਬਣਾ ਸਕਦੇ ਹਾਂ। ਤੇ ਹਾਂ ਜਿਵੇਂ ਮੰਨ ਲਓ ਆਪਾਂ ਨੇ ਫਿਰ ਇਹਨੂੰ ਕਲਿੱਕ ਕਰਕੇ ਸਿਲੈਕਟ ਕਰ ਲਿਆ, ਸਪੋਜ਼ ਆਹੀ ਨਾ, ਮੈਂ ਇਹਨੂੰ ਸਿਲੈਕਟ ਕਰ ਲਿਆ ਮਾਊਸ ਨਾਲ ਆ ਸਿਲੈਕਟ ਟੂਲ ਦੀ ਵਰਤੋਂ ਕਰਕੇ। ਇੱਕ ਰੀਸਾਈਜ਼ ਕਮਾਂਡ ਹੈ, ਇਹ ਕਮਾਂਡ ਦਾਂਗੇ ਤਾਂ ਕੰਪਿਊਟਰ ਪੁੱਛਦਾ ਆ ਕਿ ਇਹਦਾ ਸਾਈਜ਼ ਕਿੰਨਾ ਕਰਨਾ ਹੈ। ਇੱਥੇ ਆਪਾਂ ਪਰਸੈਂਟੇਜ ਦੇ ਵਿੱਚ ਮੰਨ ਲਓ ਮੈਂ ਹੌਰੀਜ਼ੈਂਟਲੀ 150 ਕਰ ਦੇਵਾਂ ਤਾਂ ਜਿੰਨਾ ਪ੍ਰੈਜ਼ੈਂਟ ਸਾਈਜ਼ ਹੈ ਉਸ ਤੋਂ 1.5 ਗੁਣਾ ਵੱਧ ਜਾਊਗਾ, ਯਾਨੀ ਕਿ ਜੇ ਹੁਣ 10 ਇੰਚ ਹੈ ਤਾਂ ਫਿਰ ਇਹ ਹੌਰੀਜ਼ੈਂਟਲੀ 15 ਇੰਚ ਹੋ ਜਾਊਗਾ। ਇਸ ਤਰ੍ਹਾਂ ਹੀ ਇਹਦੀ ਵਰਟੀਕਲ ਵੀ, ਇਹ ਦੋਨੋਂ ਬਰਾਬਰ ਹੋ ਗਏ। ਬਰਾਬਰ ਤਾਂ ਹੋਏ ਕਿਉਂਕਿ ਔਨ ਕੀਤਾ ਹੋਇਆ ਵੀ ਜੇ ਆਪਾਂ ਵਿੱਥ ਵਧਾਈਏ ਤਾਂ ਹਾਈਟ ਵੀ ਵਧੇ, ਜੇ ਆਫ ਕਰਾਂਗੇ ਇਹਦਾ ਮਤਲਬ ਹੈ ਕਿ ਵਿੱਥ ਨੂੰ ਮੈਂ ਇੰਡੀਵਿਜੂਅਲੀ ਅਲੱਗ, ਹਾਈਟ ਨੂੰ ਮੈਂ ਅਲੱਗ ਕਰਨਾ ਚਾਹੁੰਦਾ। ਹੁਣ ਮੈਂ ਵਿੱਥ ਕੀਤੀ ਹੈ 150, ਵਰਟੀਕਲੀ ਮਤਲਬ ਹਾਈਟ ਮੈਂ ਕਰ ਦਿੰਦਾ ਮੰਨ ਲਓ 200। ਜੇ ਮੈਂ ਓਕੇ ਕਹੂੰਗਾ ਤਾਂ ਕੀ ਹੋਊਗਾ, ਜਿਹੜੀ ਇਹ ਸਿਲੈਕਟਡ ਡਰਾਇੰਗ ਹੈ ਸਿਰਫ ਇੰਨੀ ਕੁ ਰੀਸਾਈਜ਼ ਹੋ ਜਾਊਗੀ, ਵੱਡੀ ਹੋ ਜਾਊਗੀ ਹੌਰੀਜ਼ੌਂਟਲੀ 150%, ਵਰਟੀਕਲੀ 200%। ਓਕੇ ਕਰਕੇ ਦੇਖੋ ਇੱਦਾਂ ਚੇਂਜ ਹੋ ਗਈ। ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈਗੀ ਆ ਰੀਸਾਈਜ਼ ਦੇ ਵਿੱਚ ਹੀ ਜਾਓ, ਇੱਥੇ ਹੈਗਾ ਸਕਿਊ ਦਾ ਮਤਲਬ ਹੈ ਤਿਰਛਾ ਕਰਨਾ, ਜਿਵੇਂ ਡਾਇਗਨਲ ਜਿਹਾ ਕਰ ਲੈਣਾ ਹੈ। ਇੱਥੇ ਪੁੱਛਦਾ ਕਿੰਨੇ ਡਿਗਰੀ, ਮੰਨ ਲਓ ਮੈਂ ਇੱਥੇ ਸਪੋਜ਼ ਕਰੋ 15 ਡਿਗਰੀ ਕਹਿ ਦਵਾਂ, ਓਕੇ ਕਰ ਦਵਾਂ ਤਾਂ ਕੀ ਹੋਊਗਾ, ਮੈਨੂ ਬਾਰ 15 ਡਿਗਰੀ ਤੇ ਸਕਿਊ ਹੋ ਗਿਆ, ਤਿਰਛਾ ਹੋ ਗਿਆ। ਇਹ ਬੈਕਗਰਾਊਂਡ ਕਰਕੇ ਆ ਗਿਆ, ਆਪਾਂ ਨੇ ਨਾ ਓਪੇਕ ਨਹੀਂ ਕੀਤਾ ਸੀਗਾ। ਯਾਨੀ ਜੇ ਮੈਂ ਇੱਕ ਪਹਿਲਾਂ ਓਪੇਕ ਕਰ ਦੇਵਾਂ, ਓਪੇਕ ਕਿਵੇਂ ਕਰਨਾ ਆ, ਓਪੇਕ ਕਰਨ ਵਾਸਤੇ ਹੋਮ ਤੇ ਜਾਓ, ਹੁਣ ਹੋਮ ਤੇ ਬੈਠੇ ਹਾਂ ਸੱਚ, ਓਪੇਕ ਵਾਸਤੇ ਜੀ ਸਿਲੈਕਟ ਕਰ ਲਓ, ਸਿਲੈਕਟ ਵੀ ਕੀਤਾ ਹੋਇਆ, ਅੰਡੂ ਕਰੋ ਇੱਕ ਮਿੰਟ ਪਹਿਲਾਂ। ਜਿਵੇਂ ਮੈਂ ਆਹ ਸਿਲੈਕਟ ਕਰ ਲਿਆ, ਓਪੇਕ ਵਾਲੀ ਕਮਾਂਡ ਮੇਰੀ ਵੇਅਰ ਇਜ਼ ਦੈਟ, ਸਿਲੈਕਟ ਦੇ ਵਿੱਚ ਵੀ ਹੈਗੀ ਹੈ। ਆਹ ਦੇਖੋ ਟਰਾਂਸਪੇਰੈਂਟ ਸਿਲੈਕਸ਼ਨ, ਇਹ ਇਸ ਵੇਲੇ ਆਫ ਹੈ, ਜੇ ਔਨ ਹੁੰਦੀ ਟਿਕ ਲੱਗੀ ਹੋਣੀ ਸੀਗੀ। ਇਹ ਆਫ ਹੈ ਦਾ ਮਤਲਬ ਓਪੇਕ ਹੈ। ਜੇ ਮੈਂ ਓਪੇਕ ਟਰਾਂਸਪੇਰੈਂਟ ਤੇ ਕਲਿੱਕ ਕਰ ਦੂੰਗਾ, ਹੁਣ ਤੁਸੀਂ ਚੈੱਕ ਕਰੋਗੇ ਇਹ ਟਿਕ ਲੱਗ ਗਈ, ਇਹਦਾ ਮਤਲਬ ਟਰਾਂਸਪੇਰੈਂਟ ਔਨ ਹੋ ਗਈ। ਟਰਾਂਸਪੇਰੈਂਟ ਔਨ ਹੈ, ਨਹੀਂ ਔਨ ਤਾਂ ਫਿਰ ਓਪੇਕ ਹੈ। ਤੇ ਉਦੋਂ ਇਹ ਕਮਾਂਡ ਆਪਾਂ ਨੂੰ ਇੱਥੇ ਦੇ ਦਿੱਤੀ ਸੀ, ਜਦੋਂ ਆਪਾਂ ਟੈਕਸਟ ਲਿਖਦੇ ਹਾਂ ਤਾਂ ਆਪਣੇ ਵੀ ਆ ਜਾਂਦੀ ਹੈ। ਟੈਕਸਟ ਲਿਖਦੇ ਹਾਂ ਨਾ ਤਾਂ ਉੱਥੇ ਕਮਾਂਡ ਆ ਗਈ ਓਪੇਕ ਕਿ ਟਰਾਂਸਪੇਰੈਂਟ। ਬਟ ਟੈਕਸਟ ਨਹੀਂ ਲਿਖਦੇ ਹੈਗੇ ਉਦੋਂ ਫਿਰ ਆਪਾਂ ਨੂੰ ਇਹ ਕਮਾਂਡ ਜਿੱਥੇ ਡਾਇਰੈਕਟ ਅਵੇਲੇਬਲ ਨਾ ਹੋਵੇ ਤਾਂ ਸਿਲੈਕਟ ਦੇ ਵਿੱਚ ਅਵੇਲੇਬਲ ਹੁੰਦੀ ਹੈ। ਜਿਹੜੀ ਆਹ ਬੈਕਗਰਾਊਂਡ ਹੈ, ਬੈਕਗਰਾਊਂਡ ਕਲਰ ਦਾ ਕੰਮ ਇਹ ਵੀ ਆ। ਮੰਨ ਲਓ ਮੈਂ ਆਹ ਡਰਾਇੰਗ ਬਣਾਈ, ਸਪੋਜ਼ ਦੈਟ ਆ ਇੱਕ ਰਾਊਂਡਡ ਰੈਕਟੈਂਗਲ ਬਣਾ ਲਈ। ਹੁਣ ਰਾਊਂਡਡ ਰੈਕਟੈਂਗਲ ਜੇ ਬਣਾਈ ਤਾਂ ਇਹ ਓਪੇਕ ਹੈ ਤਾਂ ਥੱਲਿਓਂ ਵਾਈਟ, ਟਰਾਂਸਪੇਰੈਂਟ ਹੈ ਇਸ ਵੇਲੇ, ਤਾਂ ਕਰਕੇ ਥੱਲੇ ਵਾਈਟ ਆ ਗਿਆ। ਆਪਾਂ ਇੱਥੇ ਜਾ ਕੇ ਨਾ ਜੀ ਸਿਲੈਕਟ ਦੇ ਵਿੱਚ ਇਹਨੂੰ ਕਹਿ ਦਿੰਦੇ ਆ ਟਰਾਂਸਪੇਰੈਂਟ ਆਫ ਕਰ ਦਿਓ, ਓਪੇਕ ਹੋ ਗਿਆ।
ਹੁਣ ਜਦੋਂ ਪਏਗਾ, ਹੁਣ ਜੇ ਮੈਂ ਕੋਈ ਡਰਾਇੰਗ ਬਣਾਉਂਗਾ, ਮੈਂ ਐਕਸਪੈਕਟ ਕਰਦਾ ਸੀਗਾ ਕਿ ਉਹਦੇ 'ਤੇ ਕਲਰ ਆ ਲੱਗੂਗਾ, ਬੈਕਗਰਾਊਂਡ ਕਲਰ ਨਹੀਂ, ਇਹ ਨਹੀਂ ਲੱਗਦਾ ਹੈਗਾ। ਮੇਰੀ ਐਕਸਪੈਕਟੇਸ਼ਨ ਰੋਂਗ ਹੈ। ਯੈਸ, ਟਰਾਂਸਪੇਰੈਂਟ ਆਫ ਹੈ। ਮੈਂ ਇਹ ਸੋਚ ਰਿਹਾ ਸੀ, ਦੱਸਣ ਤੁਹਾਨੂੰ ਇਹ ਲੱਗਿਆ ਸੀ ਕਿ ਜਦੋਂ ਮੈਂ ਡਰਾਇੰਗ ਬਣਾਉਂਗਾ ਨਾ ਤਾਂ ਉਹਦਾ ਜਿਹੜਾ ਕਲਰ ਆ ਇਹ ਲੱਗੂਗਾ, ਉਹਦੇ ਬੈਕ 'ਤੇ ਕਲਰ ਇਹ ਲੱਗ ਜਾਊਗਾ, ਬਟ ਨਹੀਂ ਹੈ, ਬੈਕਗਰਾਊਂਡ ਕਲਰ ਇਹ ਨਹੀਂ ਹੈ। ਆਪਾਂ ਆਪ ਫਿਲ ਕਰਕੇ ਲਗਾ ਸਕਦੇ ਹਾਂ, ਇੱਥੇ ਲੱਗ ਨਹੀਂ ਰਿਹਾ ਆਪਣੇ ਆਪ। ਮੰਨ ਲਓ ਮੈਂ ਇੱਥੇ ਰੈੱਡ ਕਹਿਤਾ, ਬੈਕਗਰਾਊਂਡ ਕਲਰ ਰੈੱਡ ਹੋ ਗਿਆ। ਜੇ ਮੈਂ 4 ਕਲਰ ਬਦਲਣਾ ਤਾਂ 4 ਕਲਰ ਚੂਜ਼ ਕਰਕੇ ਹੁਣ ਮੈਂ ਰੈੱਡ ਕਹੂੰਗਾ ਤਾਂ 4 ਕਲਰ ਵੀ ਰੈੱਡ, ਬੈਕ ਕਲਰ ਵੀ ਰੈੱਡ। ਬਟ ਜੇ ਮੈਂ ਡਰਾਇੰਗ ਬਣਾਉਣਾ ਤਾਂ ਉਹਦੇ 'ਚ ਫਿਲਡ ਨਹੀਂ ਆਈ ਹੈਗੀ, ਖਾਲੀ ਹੋਈ ਆ। ਠੀਕ ਹੈ, ਖਾਲੀ ਹੋਈ ਹੈ। ਲਗਭਗ ਸਾਰਾ ਹੋ ਗਿਆ, ਬਾਕੀ ਤੁਸੀਂ ਯੂਜ਼ ਕਰੋਗੇ ਹੋਰ ਪਤਾ ਲੱਗ ਜਾਊਗਾ। ਇਹਨੂੰ ਮੈਂ ਸਟਾਪ ਕਰ ਦਿੰਦਾ ਹੈ। ਆਪਾਂ ਪਹਿਲਾਂ ਕਦੇ ਅਸਕਾਈ ਬਾਰ ਤਾਂ ਪੜ੍ਹਿਆ ਹੋਇਆ। ਅਸਕਾਈ ਕੀ ਹੈ ਕਿ ਜਿਹੜੇ ਕਰੈਕਟਰਸ ਨੇ, ਜਿਵੇਂ ਉੱਪਰ ਟੇਬਲ ਆਪਾਂ ਦੇਖਿਆ ਸੀ ਹੁਣੇ ਕਿ ਈਚ ਕਰੈਕਟਰ ਹੈਜ਼ ਏ ਕੋਡ। ਜਦੋਂ ਆਪਾਂ ਕਰੈਕਟਰ ਟਾਈਪ ਕਰਦੇ ਤਾਂ ਕੋਡ ਨੰਬਰ ਸਟੋਰ ਹੋ ਜਾਂਦਾ ਹੈ। ਸ਼ੁਰੂ 'ਚ ਤਾਂ ਇਹ ਕੋਡ ਪਹਿਲਾਂ ਤਾਂ ਸ਼ੁਰੂ 'ਚ 127 ਤੱਕ ਹੀ ਕੋਡ ਹੁੰਦੇ ਸੀਗੇ, ਫਿਰ ਇਹਨਾਂ ਨੇ ਐਕਸਟੈਂਡ ਕਰਤਾ 255 ਤੱਕ ਕੋਡ ਬਣ ਗਏ। ਕਾਫੀ ਦੇਰ ਤੱਕ ਇਹ ਚੱਲੀ ਗਈ, ਲੇਕਿਨ ਇਹ ਅਸਕਾਈ ਚਾਰਟ ਹੈ। ਕੀ ਜੀ? ਯੂਨੀਕੋਡ ਹੋ ਰਿਹਾ, ਦੱਸਣ ਲੱਗਿਆ। ਹੁਣ ਜਿਹੜੇ ਅਸਕਾਈ ਚਾਰਟ ਹੈ ਨਾ, ਇਹਦੇ ਮੁਤਾਬਕ ਇਕੱਲੇ ਇੰਗਲਿਸ਼ ਦੇ ਜਿਹੜੇ ਅੱਖਰ ਨੇ ਉਹਨਾਂ ਦੇ ਕੋਡ ਰੱਖੇ ਗਏ। ਪੰਜਾਬੀ ਦੇ ਅੱਖਰ ਲਿਖਣੇ ਹੁਣ ਤਾਂ ਫਿਰ ਕਿਵੇਂ ਲਿਖਾਂਗੇ? ਫਿਰ ਜਦੋਂ ਤਾਂ ਅਸਕਾਈ ਹੀ ਹੁੰਦਾ ਸੀ ਉਦੋਂ ਵੀ ਪੰਜਾਬੀ ਲਿਖੀ ਜਾਂਦੀ ਸੀ। ਉਦੋਂ ਕੀ ਸੀਗਾ, ਇਹਦੀ ਸ਼ਕਲ ਇਹ ਨਹੀਂ ਹੈਗੀ, ਇਹਦੀ ਸ਼ਕਲ ਉਹਨੇ ਆਲਾ ਬਣਾਤੀ, ਬੀ ਦੀ ਕੱਕਾ ਬਣਾਤੀ। ਜੇ ਆਪਾਂ ਬੀ ਦੀ ਸ਼ਕਲ ਕੱਕਾ ਬਣਾਤੀ ਤਾਂ ਆਪਾਂ ਬੀ ਦੱਬਾਂਗੇ ਤਾਂ ਕੱਕਾ ਪੈ ਜਾਊਗਾ। ਤਾਂ ਫੌਂਟ ਚੇਂਜ ਕਰ ਲੈਂਦੇ ਸੀਗੇ, ਯਾਨੀ ਕਿ ਸ਼ਕਲਾਂ ਇੰਗਲਿਸ਼ ਦੇ ਦਿਖਦੀਆਂ ਨੇ ਬਾਈ ਡਿਫਾਲਟ ਨਾਰਮਲੀ, ਬਟ ਉਦੋਂ ਕੀ ਹੁੰਦਾ ਸੀ, ਆਪਾਂ ਪੰਜਾਬੀ ਦੇ ਫੌਂਟ ਮਿਲਦੇ ਸੀਗੇ। ਜਿੱਦਾਂ ਇੱਕ ਬਹੁਤ ਕਾਮਨਲੀ ਫੌਂਟ ਯੂਜ਼ ਹੁੰਦਾ ਸੀ ਅਸੀਸ, ਇੱਕ ਹੈ ਸਤਲੁਜ, ਇੱਕ ਹੈਗਾ ਆਨੰਦਪੁਰ ਸਾਹਿਬ, ਇੱਕ ਹੈ ਅਨਮੋਲ ਬੋਲੀ, ਇੱਕ ਹੈ ਅਨਮੋਲ ਲਿਪੀ। ਇੱਦਾਂ ਨਾ ਵਰਡ ਜਾਂ ਐਕਸਲ ਜਿੱਥੇ ਵੀ ਆਪਾਂ ਟਾਈਪਿੰਗ ਕਰਨੀ ਹੈ ਉੱਥੇ ਫੌਂਟ ਕਮਾਂਡ ਚੇਂਜ ਕਰ ਲੈਂਦੇ ਹਾਂ, ਫੌਂਟ ਚੇਂਜ ਕਰ ਲੈਂਦੇ ਹਾਂ। ਫੌਂਟ ਚੇਂਜ ਕਰ ਲਿਆ ਆਪਾਂ ਪੰਜਾਬੀ ਵਾਲਾ, ਤਾਂ ਫਿਰ ਜਿਹੜੇ ਇੰਗਲਿਸ਼ ਦੇ ਅੱਖਰ ਨੇ ਉਹ ਸਟੋਰ ਇੰਗਲਿਸ਼ ਹੀ ਹੋਣੀ ਹੈ, ਸਟੋਰ ਤਾਂ 65 ਹੀ ਹੋਣਾ ਆ। ਇਹ ਦੱਬਣ 'ਤੇ 65 ਸਟੋਰ ਹੁੰਦਾ ਆ, ਪਰ ਦਿਖਦਾ ਇਹ ਹੈ। ਫਿਰ ਕੀ ਹੁੰਦਾ ਸੀਗਾ, ਇਹ ਦੱਬਣ 'ਤੇ 65 ਸਟੋਰ ਨਹੀਂ ਹੋਇਆ, ਸੌਰੀ ਇਹ ਦੱਬਣ 'ਤੇ 65 ਸਟੋਰ ਹੋਇਆ, ਲੇਕਿਨ ਦਿਖਣ ਲੱਗਿਆ ਇਹ ਤੋਂ ਪੈਂਦਾ ਆੜਾ ਤਾਂ ਦਿਖਣ ਲੱਗਿਆ, ਇਹ ਤੋਂ ਪੈਣਾ ਬੱਬਾ ਤਾਂ ਬੱਬਾ ਦਿਖਣ ਲੱਗ ਜਾਣਾ। ਇਹ ਤੋਂ ਜਿਹੜਾ ਅੱਖਰ ਆਪਾਂ ਪਾਉਂਦੇ ਉਹ ਅੱਖਰ ਦਿਖੂਗਾ, ਸ਼ਕਲ ਬਦਲ ਜਾਂਦੀ ਸੀ। ਇਹਦੇ ਵਿੱਚ ਫਿਰ ਪ੍ਰੋਬਲਮ ਇਹ ਸੀ ਵੀ ਜੇ ਅਗਰ ਮੰਨ ਲਓ ਮੈਂ ਫਾਈਲ ਬਣਾ ਲਈ ਪੰਜਾਬੀ ਦੇ ਫੌਂਟ ਯੂਜ਼ ਕਰਕੇ, ਇੱਕ ਫਾਈਲ ਬਣਾ ਲਈ, ਉਹਨੂੰ ਮੈਂ ਸੇਵ ਕਰਕੇ, ਮੇਰੇ ਕੰਪਿਊਟਰ 'ਤੇ ਫੌਂਟ ਹੈ ਤਾਂ ਮੇਰੇ ਕੰਪਿਊਟਰ 'ਤੇ ਇਹ ਨਹੀਂ ਦਿਖੂਗਾ, ਇਹਦੀ ਥਾਂ 'ਤੇ ਕੱਕਾ ਦਿਖੂਗਾ। ਜੋ ਵੀ ਉਹਦਾ ਅੱਖਰ ਹੈ ਉਹ ਅੱਖਰ ਦਾ ਸ਼ਕਲ ਦਿਖੂਗੀ, ਮੈਨੂੰ ਠੀਕ ਦਿਖੂਗਾ। ਜਦੋਂ ਮੈਂ ਇਹ ਫਾਈਲ ਕਾਪੀ ਕਰਕੇ ਕਿਸ ਨੂੰ ਮੇਲ ਕਰਤੀ ਜਾਂ ਇਹ ਫਾਈਲ ਮੈਂ ਪੈਨ ਡਰਾਈਵ ਦੇ ਥਰੂ ਕਿਸ ਨੂੰ ਭੇਜੀ, ਉੱਥੇ ਵੀ ਸੇਮ ਫੌਂਟ ਹੋਵੇ ਤਾਂ ਅੱਖਰ ਸਹੀ ਦਿਖਣਗੇ। ਜੇ ਉੱਥੇ ਫੌਂਟ ਕੋਈ ਹੋਰ ਨੇ, ਉਹ ਫੌਂਟ ਹੈ ਨਹੀਂ ਗੇ, ਤਾਂ ਫਿਰ ਉਹ ਮੇਰੇ ਅੱਖਰ ਇੰਗਲਿਸ਼ ਵਾਂਗੂ ਦਿਖਣਗੇ। ਯਾਨੀ ਕਿ ਫਿਰ ਜੇ ਅਗਰ ਮੰਨ ਲਓ ਮੈਂ ਲਿਖਿਆ ਏ ਤੋਂ ਪੈ ਗਿਆ ਕੱਕਾ, ਕਿਉਂਕਿ ਮੇਰੇ ਕੋਲ ਫੌਂਟ ਹੈਗਾ ਉਹ ਵਾਲਾ, ਉੱਥੇ ਫੌਂਟ ਹੈ ਨਹੀਂ ਗਾ ਤਾਂ ਫਿਰ ਉਹਨੇ ਬਾਈ ਡਿਫਾਲਟ ਇੰਗਲਿਸ਼ ਵਾਲਾ ਫੌਂਟ ਯੂਜ਼ ਕਰ ਲੈਣਾ ਆ, ਤਾਂ ਫਿਰ ਉੱਥੇ ਏ ਤੋਂ ਆੜੇ ਦਿਖੂਗਾ, ਏ ਤੋਂ ਏ ਦਿਖੂਗੀ, ਤਾਂ ਮੇਰੀ ਜਿਹੜੀ ਪੰਜਾਬੀ ਉੱਥੇ ਜਾ ਕੇ ਇੰਗਲਿਸ਼ ਬਦਲ ਜਾਂਦੀ ਹੈ। ਇਹ ਪ੍ਰੋਬਲਮ ਬਹੁਤ ਪਹਿਲਾਂ ਰਹੀ ਹੈ। ਫਿਰ ਇਹਨੂੰ ਸੋਲਵ ਕਰਨ ਵਾਸਤੇ ਕੀ ਕੀਤਾ ਗਿਆ, ਇਹ ਇਕੱਲੀ ਪੰਜਾਬੀ 'ਚ ਹੀ ਨਹੀਂ ਹੈ, ਇਹ ਹੋਰ ਵੀ ਦੁਨੀਆ ਦੀ ਲੈਂਗੁਏਜਸ ਨੇ, ਹਰ ਇੱਕ ਨੂੰ ਪ੍ਰੋਬਲਮ ਸੀਗੀ। ਫਿਰ ਉਹਦਾ ਹੱਲ ਕੀਤਾ ਗਿਆ ਯੂਨੀਕੋਡ। ਯੂਨੀਕੋਡ 'ਚ ਕੀ ਹੋਇਆ, ਇਹ ਜਿਹੜੀ ਇੱਕ ਕਰੈਕਟਰਸ ਨੇ ਇਹਨਾਂ ਦੀ ਗਿਣਤੀ ਵਧਾਤੀ। ਹੁਣ ਤਾਂ ਸੀਗੇ ਕਰੈਕਟਰ 255 ਸਕਾਈ ਵਿੱਚ, ਬਟ ਯੂਨੀਕੋਡ ਦੇ ਵਿੱਚ ਇਹ ਕਰੈਕਟਰ ਹੋਰ ਵਧਾਤੇ। ਏ ਦਾ ਕੋਡ 65 ਹੈ, ਸਟੈਂਡਰਡ ਹੋ ਗਿਆ, ਠੀਕ ਹੈ, ਬਟ ਆੜੇ ਦਾ ਕੋਡ ਕੋਈ ਹੋਰ ਹੈ, ਬੱਬੇ ਦਾ ਕੋਡ ਕੋਈ ਹੋਰ ਹੈ, ਸੱਸੇ ਦਾ ਕੋਡ ਕੋਈ ਹੋਰ ਹੈ, ਚੱਚੇ ਦਾ ਕੋਡ ਕੋਈ ਹੋਰ ਹੈ, ਉਹ ਮਿਸਮੈਚ ਆਪਸ 'ਚ ਕਲੈਸ਼ ਨਹੀਂ ਕਰਦੇ ਹੈਗੇ। ਅਤੇ ਜਦੋਂ ਮੈਂ ਉਹਦੇ 'ਚ ਹੋਰ ਵੀ ਲੈਂਗੁਏਜਸ ਨੇ, ਉਰਦੂ ਦੀਆਂ ਲੈਂਗੁਏਜਸ ਨੇ, ਹੋਰ ਵੀ ਕਈ ਅਲੱਗ-ਅਲੱਗ ਲਿਪੀਆਂ ਨੇ, ਹਿੰਦੀ ਦੀ ਲਿਪੀ ਹੈ, ਤੇਲਗੂ ਦੀ ਲਿਪੀ ਹੈ, ਤਮਿਲ ਦੀ, ਜਾਂ ਹੋਰ ਕਿੰਨੀਆਂ ਸਾਰੀਆਂ, ਬੰਗਲਾ ਦੀ ਲਿਪੀ ਹੈ। ਉਹ ਸਾਰੀਆਂ ਲਿਪੀਆਂ ਦੇ ਅੱਖਰ ਇਹਨਾਂ ਨੇ ਦੁਨੀਆ ਭਰ ਦੀਆਂ ਸਾਰੀਆਂ ਲੈਂਗੁਏਜਸ ਦੇ ਅੱਖਰ ਸਾਰਿਆਂ ਦੇ ਕੋਡ ਅਲੱਗ-ਅਲੱਗ ਬਣਾਤੇ। ਉਹ ਜਿਹੜੇ ਕੋਡ ਹੈ ਫਿਰ ਨੰਬਰ ਵੱਡੇ ਹੋ ਜਾਣਗੇ, ਜਿਵੇਂ 255 'ਤੇ ਰੁਕਣਗੇ ਨਹੀਂ, ਉਸ ਤੋਂ ਅੱਗੇ ਜਾਣਗੇ। ਇਸ ਸਿਸਟਮ ਦੇ ਮੁਤਾਬਕ ਜਿਹੜੇ ਕੋਡ ਨੇ ਉਹ ਹੈਗੇ ਨੇ 65,535 ਤੱਕ, ਅੱਖਰਾਂ ਦੀ ਗਿਣਤੀ ਟੋਟਲ ਵੱਧ ਗਈ। ਹੁਣ ਜਦੋਂ ਆਪਾਂ ਕੋਈ ਅੱਖਰ ਲੱਭਦੇ ਹਾਂ, ਉਸ ਅੱਖਰ ਦਾ ਜਿਹੜਾ ਕੋਡ ਹੈ ਉਹ 65,535 ਤੱਕ, 65,535 ਦਾ ਮਤਲਬ ਹੈ ਪਹਿਲਾਂ ਸੀਗੇ 8 ਬਿਟ, ਕਿਉਂਕਿ 8 ਬਿਟ ਬਰਾਬਰ ਹੈ 255, ਹੁਣ ਹੋ ਗਏ 16 ਬਿਟ। ਤਾਂ ਇੱਕ ਕਰੈਕਟਰ ਮੈਮਰੀ ਵਿੱਚ 16 ਬਿਟਸ ਦੀ ਥਾਂ ਘੇਰਦਾ ਆ। ਯੂਨੀਕੋਡ ਸਿਸਟਮ ਹੁਣ ਯੂਜ਼ ਹੁੰਦਾ ਆ।
ਇਸ ਸਿਸਟਮ ਦੇ ਵਿੱਚ ਆਪਾਂ ਪੰਜਾਬੀ ਲਿਖਤੀ ਤੇ ਜਿੱਥੇ ਕਿਤੇ ਭੇਜਾਂਗੇ ਉੱਥੇ ਫੌਂਟ ਹੋਵੇ ਜਾਂ ਨਾ ਹੋਵੇ, ਪੰਜਾਬੀ ਪੰਜਾਬੀ ਹੀ ਰਹੂਗੀ, ਉਰਦੂ ਉਰਦੂ ਹੀ ਰਹੂਗੀ, ਹਿੰਦੀ ਹਿੰਦੀ ਹੀ ਰਹੂਗੀ। ਕੋਡਿੰਗ ਦੇ ਸਿਸਟਮ ਨੂੰ ਹੋਰ ਐਕਸਟੈਂਡ ਕਰਤਾ, ਹੋਰ ਵੱਡਾ ਕਰਤਾ। ਇਹਦੇ ਬਾਰੇ ਮੇਰੀ ਇੱਕ ਨਾ ਹੋਰ ਵੀਡੀਓ ਬਣੀ ਹੋਈ ਹੈ, ਉਹਦੇ ਵਿੱਚ ਮੈਂ ਤੁਹਾਨੂੰ ਪੰਜਾਬੀ ਟਾਈਪਿੰਗ ਸਿਖਾਈ ਹੋਈ ਹੈ। ਤੁਸੀਂ ਉਹਦੇ ਵਿੱਚ ਮੈਂ ਯੂਨੀਕੋਡ ਦੇ ਬਾਰੇ ਹੋਰ ਵੀ ਡਿਟੇਲ ਲਿਖੀ ਹੋਈ ਹੈ, ਉਹਦਾ ਮੈਂ ਤੁਹਾਨੂੰ ਲਿੰਕ ਸ਼ੇਅਰ ਕਰਦਾ, ਉਹਨੂੰ ਤੁਸੀਂ ਯੂਜ਼ ਕਰਕੇ, ਉਹਨੂੰ ਰੀਡ ਕਰਕੇ, ਉਹਨੂੰ ਵਾਚ ਕਰਕੇ ਉਹ ਤੋਂ ਹੋਰ ਵੀ ਸਿੱਖ ਸਕਦੇ ਹੋ। ਕੁਐਸਚਨ ਜਿੱਦਾਂ ਬਸ ਇੱਥੇ ਨਾ ਤੁਹਾਡੇ ਕੋਲੇ ਇੱਕ ਆ ਬਰਾਊਜ਼ਰ 'ਚ ਜਾ ਕੇ ਆ ਸਾਈਟ ਓਪਨ ਕਰਿਓ sunnyworld.com। ਇਹਦੇ ਵਿੱਚ ਤੁਸੀਂ ਸਾਈਨ ਇਨ ਕਰ ਸਕਦੇ ਹੋ। ਤੁਹਾਡਾ ਇੱਥੇ ਮੈਂ ਅਕਾਊਂਟ ਨਹੀਂ ਬਣਾਇਆ, ਮੈਂ ਇੱਕ ਆਪਣਾ ਅਕਾਊਂਟ ਬਣਾਇਆ ਹੈ, ਖੋਲ੍ਹਦਾ। ਸਾਈਨ ਇਨ 'ਤੇ ਕਲਿੱਕ ਕੀਤਾ ਜੀ, 2 ਮਿੰਟ ਇਹਨੂੰ ਮੈਕਸਿਮਾਈਜ਼ ਕਰਿਓ, ਮੈਕਸਿਮਾਈਜ਼। ਸਾਈਨ ਇਨ 'ਤੇ ਕਲਿੱਕ ਕਰਿਆ, ਇਹ ਮੈਨੂੰ ਪੁੱਛਦਾ ਹੈ ਯੂਜ਼ਰ ਨੇਮ ਔਰ ਪਾਸਵਰਡ। ਮੇਰਾ ਇੱਕ ਇੱਥੇ ਯੂਜ਼ਰ ਨੇਮ ਬਣਿਆ ਹੋਇਆ, ਤੁਹਾਡਾ ਵੀ ਇੱਥੇ ਬਣ ਜਾਣਾ ਆ, ਮੈਂ ਬਾਅਦ 'ਚ ਬਣਾਉਣਾ ਤੁਹਾਡਾ। ਮੈਂ ਇੱਥੇ ਪਾਸਵਰਡ ਭਰਤਾ ਆਪਣਾ। ਅਤੇ ਇਸ ਵੈਬਸਾਈਟ ਦੇ ਵਿੱਚ ਇਹ ਸਾਡਾ ਸਿਸਟਮ ਬਣਾਇਆ ਹੋਇਆ ਔਨਲਾਈਨ ਐਗਜ਼ਾਮ ਲੈਣ ਵਾਸਤੇ। ਇਹਦੇ 'ਚ ਨੋਟਸ ਵੀ ਮਿਲਦੇ ਨੇ। ਤੁਹਾਡੀ ਇੱਥੇ ਆਈਡੀ ਮੈਨੂੰ ਲੱਗਦਾ ਬਣਾਈ ਨਹੀਂ ਹਾਲੇ ਤੱਕ, ਆਪਾਂ ਨੇ ਬਣਾ ਲੈਣੀ ਹੈ। ਇਹ ਇੱਕ ਸੈਂਪਲ ਦੇ ਤੌਰ 'ਤੇ ਮੈਂ ਆਪਣੀ ਖੋਲ੍ਹਦਾ। ਮੈਂ ਪਹਿਲਾਂ ਸਾਈਟ ਓਪਨ ਕੀਤੀ, ਉਹਦੇ ਵਿੱਚ ਜਦੋਂ ਸਾਈਨ ਇਨ 'ਤੇ ਕਲਿੱਕ ਕੀਤਾ, ਇਹਨੇ ਪੁੱਛਿਆ ਯੂਜ਼ਰ ਨੇਮ ਔਰ ਪਾਸਵਰਡ। ਸਬਮਿਟ 'ਤੇ ਕਲਿੱਕ ਕੀਤਾ। ਜਦੋਂ ਮੈਂ ਸਬਮਿਟ 'ਤੇ ਕਲਿੱਕ ਕੀਤਾ, ਇਹ ਸਾਈਟ ਓਪਨ ਹੋ ਜਾਣੀ ਹੈ। ਇਹ ਇੱਕ ਵਾਰੀ ਮੈਸੇਜ ਆ ਗਿਆ ਮਲਟੀਪਲ ਲੌਗਇਨਸ ਨਾਟ ਪਰਮਿਟਡ। ਇਹੀ ਸੇਮ ਕਿਸੇ ਹੋਰ ਨੇ ਕਿਤੇ ਹੋਰ ਖੋਲ੍ਹੀ ਹੋਣੀ ਹੈ ਅਤੇ ਉਹ ਬੰਦ ਹੋ ਜਾਣੀ ਹੈ। ਆਪਾਂ ਕਹਿੰਦੇ ਹਾਂ ਓਕੇ, ਦੁਬਾਰਾ ਕਲਿੱਕ ਕਰਾਂਗੇ, ਉਹ ਬੰਦ ਹੋ ਗਈ, ਇੱਥੇ ਖੁੱਲ੍ਹ ਗਈ। ਹੁਣ ਇਹ ਮੈਨੂੰ ਕਹਿੰਦਾ ਵੈਲਕਮ ਗੁਲਸ਼ਨ ਗੈਟਿੰਗ ਯੂ ਟੂ ਯੋਰ ਡੈਸ਼ਬੋਰਡ। ਜਦੋਂ ਮੈਂ ਕਲਿੱਕ ਕੀਤਾ ਇੱਥੇ ਤਾਂ ਇਹ ਮੈਨੂੰ ਮੇਰਾ ਡੈਸ਼ਬੋਰਡ ਦਿਖਾ ਰਿਹਾ। ਇੱਥੇ ਨਾ ਜਿਹੜੀ ਸਕਰੀਨ ਹੈ ਇਹਨੂੰ ਜ਼ੂਮ ਕੀਤਾ ਹੈ, ਨੋਰਮਲ ਲੈ ਕੇ ਆਓ 100% ਇੱਦਾਂ। ਹੁਣ ਇੱਥੇ ਇਹਦੇ ਵਿੱਚ ਅਸੀਂ ਇੱਥੋਂ ਟੈਸਟ ਲੈਂਦੇ ਹੁੰਦੇ ਹਾਂ, ਜਿਵੇਂ ਆਹ ਇੱਕ ਇਹਦੇ 'ਚ ਟੈਸਟ ਹੈ ਐਕਸਲ ਲੈਵਲ 1। ਇਹ ਟੈਸਟ ਦਾ ਨਾਮ ਹੈ। ਇਹ ਟੈਸਟ 17/1/21 ਨੂੰ 8:26 'ਤੇ ਤਿਆਰ ਕੀਤਾ ਸੀ। ਇਹ ਟੈਸਟ ਜਿਹਦੀ ਆਈਡੀ ਉਹਨੂੰ ਇਹ ਕਹਿਤਾ ਸੀ ਵੀ ਤੂੰ 19/1/2021 ਨੂੰ 8:26 ਤੋਂ ਪਹਿਲਾਂ ਪਹਿਲਾਂ ਇਹ ਟੈਸਟ ਦੇ ਸਕਦਾ ਆ। ਅਤੇ ਜੇ ਉਹਨੇ ਟੈਸਟ ਦੇਣਾ ਆ, ਇੱਥੇ ਨਾ ਇੱਕ ਬਟਨ ਸੀਗਾ, ਹੁਣ ਤਾਂ ਸ਼ੋਅ ਆਨਸਰ ਇਸ ਲਈ ਕਿ ਟੈਸਟ ਹੋ ਚੁੱਕਿਆ ਆ। ਇੱਥੇ ਜੇ ਮੰਨ ਲਓ ਜਿਵੇਂ ਹੁਣ ਸਟੂਡੈਂਟ ਨੂੰ ਅਸੀਂ ਟੈਸਟ ਦੇਣੇ ਆ ਤਾਂ ਉਹਦਾ ਅਸੀਂ ਟੈਸਟ ਆਪਣੀ ਲੌਗਇਨ 'ਚ ਜਾ ਕੇ ਪਹਿਲਾਂ ਕ੍ਰੀਏਟ ਕਰ ਲੈਂਦੇ ਹਾਂ। ਜਦੋਂ ਜਿਵੇਂ ਆਹ ਮੰਨ ਲਓ ਕਿ ਸਟੂਡੈਂਟ ਹੀ ਆ ਕੋਈ, ਉਹਦਾ ਟੈਸਟ ਕੋਈ ਦੇਣਾ ਆ, ਉਹਨੇ ਆਪਣੀ ਇਸ ਤਰ੍ਹਾਂ ਲੌਗਇਨ ਕਰਨੀ, ਇੱਥੇ ਉਹਨੂੰ ਟੈਸਟ ਆ ਇੱਕ ਸਕਰੀਨ ਹੈ, ਇਹਦੇ ਨਾਲ ਇੱਕ ਹੋਰ ਸਾਈਡ 'ਤੇ ਇੱਕ ਇੱਦਾਂ ਦਾ ਹੀ ਹੋਰ ਬਲੌਕ ਬਣ ਕੇ ਆ ਜਾਊਗਾ, ਇੱਕ ਹੋਰ ਇੱਦਾਂ ਦੀ ਟਾਈਲ ਬਣ ਕੇ ਆ ਜਾਊਗੀ। ਉਸ ਟਾਈਲ ਦੇ ਵਿੱਚ ਇੱਥੇ ਲਿਖਿਆ ਹੋਊਗਾ ਸ਼ੋ ਸਟਾਰਟ ਟੈਸਟ। ਅਤੇ ਯੂਜ਼ਰ ਕੀ ਕਰੂਗਾ, ਪਹਿਲਾਂ ਲੌਗਇਨ ਕਰਕੇ ਸਟਾਰਟ ਟੈਸਟ 'ਤੇ ਕਲਿੱਕ ਕਰੂਗਾ ਤਾਂ ਉਹਦਾ ਟੈਸਟ ਸਟਾਰਟ ਹੋ ਜਾਊਗਾ। ਹੁਣ ਇੱਥੇ ਮੈਂ ਇਹ ਸਟਾਰਟ ਨਹੀਂ ਕਰ ਸਕਦਾ ਕਿਉਂਕਿ ਟੈਸਟ ਹੈ ਹੀ ਨਹੀਂਗਾ, ਜਾਂ ਮੈਂ ਇਸ ਤੋਂ ਬਾਅਦ ਦੁਬਾਰਾ ਦੀ ਤੁਹਾਡੀ ਆਈਡੀ ਬਣਾ ਕੇ ਤੁਹਾਨੂੰ ਇੱਕ ਟੈਸਟ ਬਣਾ ਕੇ ਦਿੰਦਾ, ਫਿਰ ਤੁਸੀਂ ਰੀਅਲ 'ਚ ਕਰ ਸਕਦੇ ਹੋ। ਜਦੋਂ ਉਹ ਟੈਸਟ ਨਾ ਸਟਾਰਟ ਹੋ ਜਾਊਗਾ ਤਾਂ ਇਸੇ ਸਕਰੀਨ ਦੇ ਉੱਪਰ ਇੱਕ ਕੁਐਸਚਨ ਦਿਖੂਗਾ, ਉਹਦੇ ਨੀਚੇ 4 ਆਪਸ਼ਨ ਦਿਖਣਗੇ, ਤੁਸੀਂ ਨਾਲ ਟਾਈਮ ਚੱਲੂਗਾ। ਮੰਨ ਲਓ ਇੱਕ ਕੁਐਸਚਨ 'ਤੇ 2 ਮਿੰਟ ਦਾ ਸਮਾਂ ਆ ਜਾਂ 1.5 ਮਿੰਟ ਦਾ ਸਮਾਂ ਹੈ, ਡਿਪੈਂਡ ਕਰਦਾ ਹੈ ਕਿ ਉਹ ਕੁਐਸਚਨ ਦੇ ਉੱਤੇ ਸਮਾਂ ਕਿੰਨੇ ਚਿਰ ਦਾ ਉਹ ਐਗਜ਼ਾਮੀਨੇਸ਼ਨ ਅਥਾਰਟੀ ਨੇ ਜੋ ਅਲਾਟ ਕੀਤਾ ਹੋਇਆ। ਤਾਂ ਜਦੋਂ ਤੁਸੀਂ ਕੁਐਸਚਨ ਓਪਨ ਕਰ ਲਓਗੇ ਇੱਕਦਮ ਉਹਦਾ ਸਮਾਂ ਚੱਲ ਪਊਗਾ। ਮੰਨ ਲਓ ਇੱਕ ਕੁਐਸਚਨ 'ਤੇ ਤੁਹਾਨੂੰ ਮੈਕਸਿਮਮ 2 ਮਿੰਟਸ ਮਤਲਬ 120 ਸੈਕਿੰਡ ਮਿਲਦੇ ਨੇ, ਤੇ ਇੱਥੇ ਸੈਕਿੰਡ ਚੱਲ ਪੈਂਦੇ ਨੇ। ਤੁਸੀਂ ਉਹਦੇ ਵਿੱਚ ਆਨਸਰ ਦੇ ਦੋਗੇ ਅਤੇ ਆਨਸਰ ਕਿਵੇਂ ਦੋਗੇ, ਟਿੱਕੇ ਮਾਰਨੇ ਬਸ, ਔਰ ਉਸ ਤੋਂ ਬਾਅਦ ਫਿਰ ਨੈਕਸਟ 'ਤੇ ਕਲਿੱਕ ਕਰੋਗੇ। ਇੱਕ ਪਾਸੇ ਨੈਕਸਟ ਬਟਨ ਹੋਊਗਾ, ਇੱਕ ਪਾਸੇ ਪ੍ਰੀਵੀਅਸ ਬਟਨ ਹੋਊਗਾ। ਆਪਾਂ ਨੈਕਸਟ 'ਤੇ ਕਲਿੱਕ ਕਰਾਂਗੇ, ਅਗਲਾ ਕੁਐਸਚਨ ਖੁੱਲ੍ਹ ਜਾਊਗਾ, ਪ੍ਰੀਵੀਅਸ 'ਤੇ ਕਲਿੱਕ ਕਰਾਂਗੇ, ਪ੍ਰੀਵੀਅਸ ਖੁੱਲ੍ਹ ਜਾਊਗਾ। ਜਿਹੜਾ ਇੱਥੇ ਅਸੀਂ ਬਣਾਇਆ ਹੈ ਇੰਟਰਫੇਸ ਇੱਥੇ ਵਾਸਤੇ, ਇਹਦੇ 'ਚ ਨਾ ਜੇ ਮੰਨ ਲਓ ਅਸੀਂ ਇੱਕ ਸਟੂਡੈਂਟ ਨੂੰ 20 ਕੁਐਸਚਨ ਪਾਤੇ ਤਾਂ 20 ਦੇ ਇੱਥੇ ਨੀਚੇ ਬਟਨ ਦਿਖਣਗੇ, 1 2 3 ਬਟਨ ਦਿਖਣਗੇ 20। ਸਟੂਡੈਂਟ ਡਾਇਰੈਕਟਲੀ 1 ਨੰਬਰ ਤੋਂ 10ਵੇਂ 'ਤੇ ਜਾਣਾ ਚਾਹੁੰਦਾ ਆ, ਡਾਇਰੈਕਟਲੀ 10ਵੇਂ ਤੋਂ ਤੀਜੇ ਜਾਣਾ ਚਾਹੁੰਦਾ ਆ, ਉਹ ਬਟਨ 'ਤੇ ਕਲਿੱਕ ਕਰ ਦੇਵੇ, ਉਹ ਡਾਇਰੈਕਟਲੀ ਵੀ ਆ ਸਕਦਾ ਹੈ। ਹੁਣ ਇਹ ਡਿਪੈਂਡ ਕਰਦਾ ਹੈ ਜਿਹੜੀ ਅਥਾਰਟੀ ਹੈ ਐਗਜ਼ਾਮੀਨੇਸ਼ਨ ਵਾਲੀ, ਉਹ ਚਾਹੁੰਦੀ ਹੈ ਕਿ ਤੁਸੀਂ ਪਿੱਛੇ ਜਾ ਸਕੋ ਕਿ ਨਾ ਜਾ ਸਕੋ, ਤਾਂ ਉਹ ਬਟਨ ਬਣਾ ਦੇਣਗੇ। ਜਿੱਦਾਂ LPU ਦਾ ਐਗਜ਼ਾਮੀਨੇਸ਼ਨ ਸਿਸਟਮ ਹੈ, ਉਹਦੇ ਵਿੱਚ ਕੀ ਹੈ, ਜਿਵੇਂ ਇਹ ਤਾਂ ਹੈਗੀ ਆ sunnyworld.com ਸਾਡੇ ਆਪਣਾ ਜਿਹੜੇ NLC, ਜਿਵੇਂ ਤੁਸੀਂ ਸਟੂਡੈਂਟ ਤੁਹਾਡੇ ਟੈਸਟ ਅਸੀਂ ਇੱਥੇ ਲਿਆ ਕਰਨੇ ਆ। ਹੁਣ ਜਿਵੇਂ ਮੈਂ LPU ਦੀ ਐਗਜ਼ਾਮਪਲ ਦਿੰਦਾ, ਉਹਨਾਂ ਦਾ ਟੈਸਟ ਕਿਵੇਂ ਹੁੰਦਾ ਆ, MCQ ਕਿਵੇਂ ਹੁੰਦੇ ਨੇ, ਉਹਨਾਂ ਦੀ ਆਪਣੀ ਇੱਕ ਵੈਬਸਾਈਟ ਆ, ਉਹ 'ਚ ਜਾਓ, ਉਹਦੇ ਵਿੱਚ ਲੌਗਇਨ ਕਰੋ। ਹਰ ਸਟੂਡੈਂਟ ਜਿਨ੍ਹਾਂ ਨੇ ਟੈਸਟ ਦੇਣਾ ਉਹਨਾਂ ਦਾ ਲੌਗਇਨ ਆਈਡੀ ਐਂਡ ਪਾਸਵਰਡ ਸਟੂਡੈਂਟ ਦਾ LPU ਵੱਲੋਂ ਅਲੋਟਡ ਹੈ। ਸਟੂਡੈਂਟ ਨੂੰ ਉਹਨਾਂ ਦੇ WhatsApp 'ਤੇ ਉਹਨਾਂ ਦੇ ਮੈਸੇਜਸ 'ਤੇ ਜਾ ਚੁੱਕਿਆ ਹੈ। ਸਟੂਡੈਂਟ ਨੂੰ ਪਤਾ ਕਿ ਮੇਰੀ ਆਈਡੀ ਕੀ ਹੈ, ਮੇਰਾ ਪਾਸਵਰਡ ਕੀ ਹੈ।
ਉਹ ਜਦੋਂ ਆਈਡੀ ਪਾਸਵਰਡ ਖੋਲ੍ਹਦੇ ਨੇ ਉਹਦੇ 'ਚ ਅੱਗੇ ਬਟਨ ਆ ਜਾਂਦਾ ਸਟਾਰਟ ਟੈਸਟ, ਜੇ ਟੈਸਟ ਅਵੇਲੇਬਲ ਹੈ ਤਾਂ ਬਿਲਕੁਲ ਸਟਾਰਟ ਟੈਸਟ ਤੇ ਕਲਿੱਕ ਕਰਤਾ। ਫਿਰ ਉੱਥੇ MCQ ਉਹਨਾਂ ਦੇ ਰੂਲ ਇਹ ਬਣਾਏ ਨੇ ਕਿ 25 ਕੁਐਸਚਨ ਦੇਖਣਗੇ, ਜਦੋਂ ਉਹਨੇ ਸਟਾਰਟ ਕਰਨਾ ਉਦੋਂ ਤੋਂ ਲੈ ਕੇ 25 ਕੁਐਸਚਨ ਦੇ ਆਨਸਰ ਦੇਣੇ ਆ, ਤੇ ਇੱਕ ਕੁਐਸਚਨ ਦੇ 2 ਮਿੰਟ ਮਿਲਣੇ ਆ। ਅਗਰ ਉਹ 2 ਮਿੰਟ ਤੋਂ ਬਾਅਦ 2 ਮਿੰਟ ਤੱਕ ਉਹ ਸੋਚੀ ਜਾ ਰਿਹਾ, ਕੁਐਸਚਨ ਦਾ ਜਵਾਬ ਨਹੀਂ ਦੇ ਰਿਹਾ, ਤਾਂ ਆਟੋਮੈਟਿਕਲੀ ਕੁਐਸਚਨ ਨੈਕਸਟ ਆ ਜਾਊਗਾ, ਉਹ ਕੁਐਸਚਨ ਉਹਦਾ ਖਾਲੀ ਰਹਿ ਗਿਆ। ਤੇ ਜੇ ਉਹਨੇ LPU ਨੇ ਇਹ ਰੂਲ ਬਣਾਇਆ ਹੈ ਵੀ ਜੇ ਉਹਨੇ ਕੁਐਸਚਨ ਮੰਨ ਲਓ 30 ਸੈਕਿੰਡ 'ਚ ਹੀ ਦੇ ਤਾ, ਐਂ ਹੁੰਦਾ ਨਾ ਕੁਐਸਚਨ ਸੌਖਾ ਹੀ ਹੈ, ਸਟੂਡੈਂਟ ਨੂੰ ਪਤਾ ਹੀ ਹੈ, ਉਹਨੇ ਟਿਕ ਮਾਰਤੀ 30 ਸੈਕਿੰਡ 'ਚ ਉਹਨੇ ਆਨਸਰ ਟਿਕ ਮਾਰਤਾ, ਜਾਂ 10 ਸੈਕਿੰਡ 'ਚ ਹੀ ਪੜ੍ਹਦੇ ਸਾਹਮਣੇ ਆਨਸਰ ਦੱਬਿਆ, ਕਲਿੱਕ ਕਰਤਾ, ਤਾਂ ਜਦੋਂ ਕਲਿੱਕ ਕਰਕੇ ਨੈਕਸਟ ਦੱਬੂਗਾ ਤਾਂ ਅਗਲੇ ਕੁਐਸਚਨ 'ਤੇ ਆ ਗਿਆ, ਫਿਰ ਉਹ ਪਿੱਛੇ ਨਹੀਂ ਜਾ ਸਕਦਾ। ਯਾਨੀ LPU ਨੇ ਰੂਲ ਬਣਾਤਾ ਵੀ ਤੁਸੀਂ ਆਨਸਰ ਦੇਣ ਵਾਸਤੇ ਇੱਕ ਮੌਕਾ ਮਿਲਣਾ ਆ, ਤੁਸੀਂ ਪਿੱਛੇ ਨਹੀਂ ਜਾ ਸਕਦੇ। ਐ ਨਹੀਂ ਹੈਗਾ ਵੀ ਬਾਅਦ 'ਚ ਫਿਰ ਬਾਕੀ ਜਾ ਕੇ ਫਿਰ ਠੀਕ ਕਰ ਦਿਓ। ਲੇਕਿਨ ਜਿਹੜਾ ਮੇਰਾ ਇੱਥੇ ਸਿਸਟਮ ਬਣਾਇਆ ਹੋਇਆ ਇਹਦੇ ਵਿੱਚ ਤੁਹਾਨੂੰ ਬੜੀ ਖੁੱਲ੍ਹ ਹੈ, ਤੁਸੀਂ ਪਿੱਛੇ ਵੀ ਜਾ ਸਕਦੇ ਹੋ। ਇੱਕ ਕੁਐਸਚਨ ਦਾ ਆਨਸਰ ਪਹਿਲਾਂ ਲਿਖ ਲਿਆ, ਬਾਅਦ ਤੁਹਾਨੂੰ ਅੱਗੇ ਜਾ ਕੇ ਯਾਦ ਆ ਗਿਆ ਉਹ ਪਿਛਲਾ ਕੁਐਸਚਨ ਗਲਤ ਹੋ ਗਿਆ, ਯੂ ਕੈਨ ਮੂਵ ਬੈਕ। ਹੁਣ ਬੈਕ ਹੋਣ ਦਾ ਰੂਲ ਹੈ ਕਿ ਨਹੀਂ ਹੈ, ਇਹ ਡਿਪੈਂਡ ਕਰਦਾ ਹੈ ਐਗਜ਼ਾਮੀਨੇਸ਼ਨ 'ਤੇ। ਜਿਹੜਾ ਤੁਹਾਡਾ ਪੇਪਰ ਆਉਣਾ ਆ ਆਨਲਾਈਨ, ਉਹਦੇ ਤੁਹਾਨੂੰ ਲਾਜ਼ਮੀ ਇੰਸਟਰਕਸ਼ਨਾਂ ਜਾਂ ਰੂਲਸ ਕਿਤੇ ਨਾ ਕਿਤੇ ਤੁਹਾਨੂੰ ਉਹ ਦੱਸਣਗੇ। ਤੁਸੀਂ ਉਸ ਵੈਬਸਾਈਟ ਦੇ ਉੱਤੇ ਉਹ ਰੂਲਸ ਵੀ ਦੇਖੋਗੇ, ਉਹ ਤੁਹਾਨੂੰ ਦੱਸਣਗੇ ਕਿਹੜੀ ਲਿੰਕ ਕਿਹੜੀ ਵੈਬਸਾਈਟ ਖੋਲ੍ਹਣੀ, ਉਹਦਾ URL ਵੀ ਦੱਸਣਗੇ, ਤੁਹਾਡਾ ਲੌਗਇਨ ID ਤੇ ਪਾਸਵਰਡ ਵੀ ਦੱਸਣਗੇ। ਔਰ ਮੋਸਟਲੀ ਇਹ ਜਿਹੜੇ ਇੱਦਾਂ ਦੇ ਟੈਸਟ ਨੇ ਤੁਸੀਂ ਘਰ ਨਹੀਂ ਦੇਣੇ ਹੈਗੇ, ਬਾਹਰ ਦੇਣੇ ਆ। ਇੰਟਰਨੈਟ ਉਹਨਾਂ ਦੇ ਇੱਕ ਸਪੈਸੀਫਿਕ ਇੱਕ ਐਗਜ਼ਾਮ ਸੈਂਟਰ ਬਣਾਇਆ ਹੁੰਦਾ ਆ, ਉਸ ਐਗਜ਼ਾਮ ਸੈਂਟਰ 'ਚ ਦੇਣੇ ਆ, ਤਾਂ ਫਿਰ ਤਾਂ ਉੱਥੇ ਤੁਹਾਨੂੰ ਅਸਿਸਟ ਕਰਨ ਵਾਸਤੇ ਕੋਈ ਨਾ ਕੋਈ ਇਨਵਿਜੀਲੇਟਰ ਵੀ ਨੇ, ਅਤੇ ਉਹ ਅਸਿਸਟ ਵੀ ਕਰਦੇ ਨੇ। ਉਹਨਾਂ ਨੇ ਆਪਣੇ PC 'ਤੇ ਤੁਹਾਨੂੰ ਬਿਠਾ ਦੇਣਾ ਆ। ਤੇ ਜੇ ਤੁਸੀਂ ਘਰ ਦੇਣੇ ਆ ਤਾਂ ਫਿਰ ਤੁਸੀਂ ਆਪਣੇ PC 'ਤੇ ਦੇਣੇ ਆ, ਚਾਹੇ ਲੈਪਟਾਪ 'ਤੇ ਦੇ ਸਕੋ ਜਾਂ ਫੋਨ 'ਤੇ ਦੇ ਸਕੋ, ਡਿਪੈਂਡ ਕਰਦਾ। ਜਿਵੇਂ LPU ਦੇ ਟੈਸਟ LPU ਕਹਿੰਦੀ ਜਿੱਥੇ ਮਰਜ਼ੀ ਦੇ ਲਓ, ਚਾਹੇ ਫੋਨ 'ਤੇ ਦਿਓ, ਚਾਹੇ ਚਾਹੇ ਦਿਓ ਲੈਪਟਾਪ 'ਤੇ ਜਾਂ ਕੰਪਿਊਟਰ 'ਤੇ ਇੰਟਰਨੈਟ ਕਨੈਕਟੀਵਿਟੀ ਹੋਵੇ। ਔਰ ਉੱਥੇ ਕੀ ਹੈਗਾ LPU ਦਾ, ਉਹਨਾਂ ਨੇ ਸਾਰੀਆਂ ਇੰਸਟਰਕਸ਼ਨਾਂ ਆਪਣੀ ਵੈਬਸਾਈਟ 'ਚ ਟੈਸਟ ਜਿੱਥੇ ਹੈਗਾ ਉੱਥੇ ਹੀ ਪਾਈਆਂ ਹੋਈਆਂ ਨੇ। ਸਟੂਡੈਂਟ ਉਹਨੂੰ ਪੜ੍ਹ ਕੇ ਉਹਦੇ ਮੁਤਾਬਕ ਸਿੱਖ ਲੈਂਦਾ ਹੈ, ਕੋਈ ਉਹ ਵੱਡੀ ਗੱਲ ਨਹੀਂ ਹੈ, ਬੜੀ ਸਿੰਪਲ ਜੀ ਗੱਲ ਹੈ, ਆਪੇ ਆ ਜਾਂਦਾ ਹੈ। ਨੈਕਸਟ ਕਰਨ ਵਾਸਤੇ ਐਰੋ ਕੀ ਨਹੀਂ, ਐਰੋ ਕੀ ਕੰਮ ਕਰੇ ਜਾਂ ਨਾ ਕਰੇ, ਮਾਊਸ ਨੂੰ ਕਲਿੱਕ ਕਰਨਾ ਆਉਂਦਾ ਹੀ ਹੁੰਦਾ ਹੈ। ਤੋ ਜੋ ਤੁਸੀਂ ਟੈਸਟ ਦੇਣਾ ਹੈ ਤਾਂ ਤੁਹਾਡਾ ਜੇ ਆਪਣਾ ਕੰਪਿਊਟਰ ਹੈ ਤਾਂ ਤੁਹਾਡੀ ਆਪਣੀ ਮਾਊਸ ਠੀਕ ਚੱਲਦੀ ਹੋਵੇ, ਜੇ ਉਹਨਾਂ ਦਾ ਕੰਪਿਊਟਰ ਹੈ ਜਿੱਥੇ ਐਗਜ਼ਾਮ ਸੈਂਟਰ ਹੈ ਉਹਨਾਂ ਦੀ ਮਾਊਸ ਠੀਕ ਹੋਣੀ ਚਾਹੀਦੀ ਹੈ ਆਬਵੀਅਸਲੀ।